ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਗੁਰਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ। ਮੈਨੂੰ ਹੁਕਮ ਹੋਇਆ ਹੈ ਉਹਨਾਂ ਬਾਰੇ ਕੁਝ ਉਹਨਾਂ ਦੇ ਥਾਟਸ, ਉਹਨਾਂ ਦੀ ਫਿਲਾਸਫੀ, ਉਹਨਾਂ ਦੀ ਲਾਈਫ ਬਾਰੇ ਤੁਹਾਡੇ ਨਾਲ ਸਭ ਨਾਲ ਸ਼ੇਅਰ ਕਰਾਂ। ਮੈਂ ਕੋਸ਼ਿਸ਼ ਕਰਾਂਗਾ ਕਿ ਅੱਗੇ ਕੁਝ ਮਿੰਟਾਂ ਵਿੱਚ ਉਹਨਾਂ ਦੀ ਲਾਈਫ ਨੂੰ ਤੁਹਾਡੇ ਸਾਹਮਣੇ ਰੱਖਾਂ ਔਰ ਉਹਨਾਂ ਦੀ ਫਿਲਾਸਫੀ, ਉਹਨਾਂ ਦੀ ਥਿੰਕਿੰਗ ਔਰ ਉਹ ਥਿੰਕਿੰਗ ਸਾਡੇ ਵਿੱਚ ਕਿਸ ਤਰ੍ਹਾਂ ਆਏ, ਅਸੀਂ ਵੀ ਕਿਸ ਤਰ੍ਹਾਂ ਉਹਨਾਂ ਵਰਗੇ ਬਣੀਏ, ਉਹ ਇੱਕ ਪਰਮਾਤਮਾ ਦੀ ਆਰਾਧਨਾ ਕਰੀਏ। ਇਹ ਇਸ ਟਾਕ ਦਾ ਗੋਲ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਜਨਮ ਸਾਰਿਆਂ ਨੂੰ ਪਤਾ ਹੈ 1469 ਵਿੱਚ ਪੰਜਾਬ ਵਿੱਚ ਤਲਵੰਡੀ ਵਿੱਚ ਹੋਇਆ, ਜਿਹੜਾ ਅੱਜ ਕੱਲ੍ਹ ਪਾਕਿਸਤਾਨ ਵਿੱਚ ਹੈ। ਉਸ ਵੇਲੇ ਲੋਧੀਆਂ ਦਾ ਰਾਜ ਸੀ। ਇੰਡੀਆ ਦੀ ਪੋਲੀਟੀਕਲ ਕੰਡੀਸ਼ਨਸ ਅਨਸਟੇਬਲ ਸਨ ਬੜੀਆਂ। ਬਾਹਰੋਂ ਹਮਲਾਵਰ ਆ ਕੇ ਹਮਲਾ ਕਰਦੇ ਸਨ ਬਾਰ-ਬਾਰ। ਲੋਧੀ ਵੀ ਬਾਹਰੋਂ ਹੀ ਆਏ ਸਨ ਸਾਰੇ। ਇਸਲਾਮ ਜ਼ੋਰਾਂ ਤੇ ਸੀ। ਹਿੰਦੂਇਜ਼ਮ ਕਿਉਂਕਿ ਉਹਨਾਂ ਤੇ ਦਬਾਅ ਬਹੁਤਾ ਸੀ, ਇਸ ਵਾਸਤੇ ਉਹ ਸੰਕੋਚ ਗਏ ਸਨ, ਕਰਮਕਾਂਡਾਂ ਵਿੱਚ ਪੈ ਗਏ ਸਨ। ਤੇ ਕੂੜ ਦਾ ਰਾਜ ਸੀ, ਝੂਠ ਸਭ ਜਗ੍ਹਾ ਮੌਜੂਦ ਸੀ, ਧਰਮ ਦੇ ਖੇਤਰ ਵਿੱਚ ਵੀ, ਪੋਲੀਟੀਕਲ ਖੇਤਰ ਵਿੱਚ ਵੀ। ਹਨੇਰੀ ਉਸ ਅੰਧੇਰੀ ਰਾਤ ਵਿੱਚ, ਉਹਨਾਂ ਦਿਨਾਂ ਵਿੱਚ, ਉਹਨਾਂ ਸਮੇਂ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਜਨਮ ਹੋਇਆ। ਪ੍ਰਮਾਤਮਾ ਨੂੰ ਲੋੜ ਸੀ ਇਹੋ ਜਿਹੇ ਬੰਦੇ ਭੇਜਣ ਦੀ, ਤੇ ਆਪ ਅਵਤਾਰ ਲੈ ਕੇ ਇਸ ਦੁਨੀਆ ਵਿੱਚ ਆਏ ਸਭ ਨੂੰ ਤਾਰਨ ਵਾਸਤੇ। ਉਹਨਾਂ ਦੀ ਛੋਟੀ ਲਾਈਫ ਸਕੈਚ ਅਗਰ ਦੇਖੋ ਤੇ ਬਚਪਨ ਉਹਨਾਂ ਦਾ ਤਲਵੰਡੀ ਵਿੱਚ ਬੀਤਿਆ। ਆਪ ਭੈਣ ਭਰਾ ਦੋ ਬੱਚੇ ਸਨ ਉਹਨਾਂ ਦੇ, ਮਦਰ ਤੇ ਫਾਦਰ ਦੇ। ਤੇ ਸਿਬਲਿੰਗ ਜਿਹੜੀ ਸੀ, ਵੱਡੀ ਜਿਹੜੀ ਸੀ ਸਿਸਟਰ ਜਿਹੜੀ ਸੀ, ਉਹ ਵੱਡੇ ਸਨ ਨਾਨਕੀ ਜੀ। ਤੇ ਉਹਨਾਂ ਨਾਲ ਬਹੁਤ ਪਿਆਰ ਸੀ ਉਹਨਾਂ ਦਾ। ਤਲਵੰਡੀ ਵਿੱਚ ਜਨਮ ਹੋਇਆ। ਮਾਪਿਓ ਨੇ, ਜਿਸ ਹਰ ਮਾਪਿਓ ਚਾਹੁੰਦਾ ਹੈ ਕਿ ਮੇਰੇ ਬੱਚੇ ਪੜ੍ਹ ਲਿਖ ਕੇ ਕੁਝ ਬਣਨ, ਕੁਝ ਕਰ ਜਾਣ, ਆਪਣੇ ਪੈਰਾਂ ਤੇ ਖੜੇ ਹੋ ਜਾਣ। ਉਹਨਾਂ ਦੀ ਮਮ ਡੈਡ ਦੀ ਵੀ ਸੇਮ ਡ੍ਰੀਮ ਸੀ। ਬਟ ਸਿੰਸ ਉਹ ਪ੍ਰਮਾਤਮਾ ਨਾਲ ਜੁੜੀ ਹੋਈ ਆਤਮਾ ਸੀ, ਉਹ ਸ਼ੁਰੂ ਤੋਂ ਹੀ ਪਹੁੰਚੇ ਹੋਏ ਸਨ, ਸ਼ੁਰੂ ਤੋਂ ਹੀ ਰੀਅਲਾਈਜ਼ ਸੋਲ ਸਨ ਬਿਲਕੁਲ। ਉਹਨਾਂ ਨੂੰ ਕਿਸੇ ਦੀ ਹੈਲਪ ਦੀ ਲੋੜ ਨਹੀਂ ਪਈ। ਪੰਡਿਤ ਹਰਦਿਆਲ ਕੋਲ ਵੀ ਗਏ, ਕਾਜ਼ੀ ਕੋਲ ਗਏ, ਹਰ ਇੱਕ ਬੰਦੇ ਕੋਲ ਭੇਜਿਆ ਉਹਨਾਂ ਨੇ, ਲੇਕਿਨ ਉੱਥੋਂ ਉਹਨੂੰ ਪੜ੍ਹਾ ਕੇ ਆ ਗਏ, ਉੱਥੋਂ ਪੜ੍ਹ ਕੇ ਨਹੀਂ ਆਏ। ਲੇਕਿਨ ਫੈਮਿਲੀ ਵਿੱਚ ਉਹਨਾਂ ਦੀ ਸਿਸਟਰ ਨੇ ਇਹ ਨੋਟਿਸ ਕੀਤਾ ਉਹਨਾਂ ਬਾਰੇ, ਔਰ ਰਾਏ ਬੁਲਾਰ ਨੇ ਵੀ ਨੋਟਿਸ ਕੀਤਾ, ਜਿਹੜਾ ਹਾਕਮ ਸੀ ਤਲਵੰਡੀ ਦਾ, ਕਿ ਇਹ ਕੋਈ ਆਮ ਆਦਮੀ ਨਹੀਂ ਹੈ। ਫਿਰ ਬੜੇ ਛੋਟੇ ਛੋਟੇ ਇਨਸੀਡੈਂਟ ਇਹੋ ਜਿਹੇ ਲਾਈਫ 'ਚ ਹੋਣੇ ਸ਼ੁਰੂ ਹੋ ਗਏ, ਜਿਹੜੇ ਜਨਮ ਸਾਖੀਆਂ ਵਿੱਚ ਲਿਖੇ ਮਿਲਦੇ ਹਨ, ਜਿਨ੍ਹਾਂ ਤੋਂ ਪਤਾ ਲੱਗ ਗਿਆ ਕਿ ਕੋਈ ਆਮ ਸੋਲ ਨਹੀਂ ਹਨ ਗੁਰੂ ਨਾਨਕ ਸੱਚੇ ਪਾਤਸ਼ਾਹ। ਜਿਸ ਤਰ੍ਹਾਂ ਵੱਡੇ ਹੁੰਦੇ ਹਨ, ਮਮ ਵੀ ਨੋਟਿਸ ਕਰਦੇ ਹਨ ਕਿ ਘਰ ਦੇ ਭਾਂਡੇ ਕਈ ਵਾਰੀ ਗਾਇਬ ਹੋ ਜਾਂਦੇ ਹਨ, ਗਰੀਬਾਂ 'ਚ ਵੰਡ ਆਉਂਦੇ ਹਨ। ਕਈ ਵਾਰੀ ਹੋਰ ਚੀਜ਼ਾਂ ਉਦਾਸ ਰਹਿੰਦੇ ਹਨ, ਹੋਰ ਬੱਚਿਆਂ ਦੀ ਤਰ੍ਹਾਂ ਖੇਡਦੇ ਨਹੀਂ। ਇਹ ਜਿਹੜੀਆਂ ਐਟਰੀਬਿਊਟ ਜਦੋਂ ਦੇਖਦੇ ਹਨ ਤਾਂ ਉਹਨਾਂ ਨੂੰ ਕਈ ਵਾਰੀ ਫਿਕਰ ਵੀ ਹੁੰਦਾ ਹੈ। ਜਨਮ ਸਾਖੀਆਂ 'ਚ ਇਹ ਵੀ ਆਇਆ ਹੈ, ਕਈ ਵਾਰੀ ਡਾਕਟਰ ਕੋਲ ਵੀ ਲੈ ਕੇ ਗਏ। ਸ਼ਬਦ ਵੀ ਆਇਆ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ, ਵੈਦ ਬੁਲਾਇਆ ਵੈਦ ਕੀ। ਜਦੋਂ ਉਦਾਸ ਰਹਿੰਦੇ ਸਨ, ਖਾਂਦੇ ਪੀਂਦੇ ਘੱਟ ਸਨ, ਪ੍ਰਮਾਤਮਾ ਨਾਲ ਚਿੱਤ ਲੱਗਿਆ ਹੋਇਆ ਸੀ। ਵੱਡੇ ਹੁੰਦੇ ਹਨ, ਚਿੰਤਾ ਹੁੰਦੀ ਹੈ ਮਾਪਿਓ ਨੂੰ। ਬੜੀ ਜਗ੍ਹਾ ਉਹਨਾਂ ਨੇ ਡਿਫਰੈਂਟ ਤਰੀਕੇ ਨਾਲ ਕੋਸ਼ਿਸ਼ ਕੀਤੀ। ਉਹਨਾਂ ਨੇ ਕਿਹਾ ਫਾਰਸੀ ਪੜ੍ਹਾ ਦਈਏ, ਉਹ ਨਹੀਂ ਕਰ ਸਕੇ। ਉੱਥੇ ਜਦੋਂ ਕਾਜ਼ੀ ਕੋਲ ਗਏ ਤੇ ਕਾਜ਼ੀ ਨੂੰ ਸਬਕ ਪੜ੍ਹਾ ਕੇ ਵਾਪਸ ਆ ਗਏ। ਬਾਅਦ ਵਿੱਚ ਉਹਨਾਂ ਨੇ ਸੋਚਿਆ ਚਲੋ ਇਹਨਾਂ ਨੂੰ ਗਾਈਆਂ ਚਾਰਨ ਵਾਸਤੇ ਲਾ ਦਿੰਦੇ ਹਾਂ, ਉਹ ਵੀ ਗੱਲ ਬਣੀ ਨਹੀਂ। ਫਿਰ ਕਿਹਾ ਚਲੋ ਵਪਾਰ ਵਾਸਤੇ, ਉਹ ਸਭ ਨੂੰ ਪਤਾ ਹੈ ਕਿ 20 ਰੁਪਏ ਦਿੱਤੇ ਉਹਨਾਂ ਨੇ, ਤੇ ਉਹ 20 ਰੁਪਏ ਅੱਜ ਸਾਰਾ ਸਿੱਖ ਜਿਹੜਾ ਜਗਤ ਹੈ ਖਾ ਰਿਹਾ ਹੈ ਹੁਣ ਤੱਕ। ਉਹ ਵੀ ਗਰੀਬਾਂ 'ਚ ਵੰਡ ਆਏ, ਉਹ ਵੀ ਲੰਗਰ ਚਲਾ ਆਏ। ਉੱਥੇ ਜਾ ਕੇ ਲੰਗਰ ਦੀ ਪ੍ਰਥਾ ਅੱਜ ਤੱਕ ਹੈ ਇਸ ਘਰ ਵਿੱਚ। ਇਸ ਤਰ੍ਹਾਂ ਬਚਪਨ ਉਹਨਾਂ ਦਾ ਬੀਤਿਆ। ਬਚਪਨ ਜਦੋਂ ਜਿਸ ਤਰ੍ਹਾਂ ਬੀਤਦਾ ਗਿਆ, ਵੱਡੇ ਹੁੰਦੇ ਗਏ। ਵੱਡੀ ਸਿਸਟਰ ਦਾ, ਜਿਹੜੇ ਹੁਸਨ ਨਾਨਕੀ ਜੀ ਦਾ, ਵਿਆਹ ਹੋ ਗਿਆ। ਉਹ ਵਿਆਹ ਹੋ ਕੇ ਸੁਲਤਾਨਪੁਰ ਲੋਧੀ ਆ ਗਏ। ਇਹਨਾਂ ਦੇ ਜਾਣ ਤੋਂ ਬਾਅਦ ਇਹਨਾਂ ਦੀ ਜ਼ਿੰਦਗੀ ਵਿੱਚ ਹੋਰ ਉਦਾਸੀ ਛਾ ਗਈ। ਭੈਣ ਭਰਾ ਦਾ ਬਹੁਤ ਆਪਸ ਵਿੱਚ ਪਿਆਰ ਸੀ, ਬਹੁਤ ਜ਼ਿਆਦਾ। ਇਨਫੈਕਟ ਬ੍ਰਦਰ ਔਰ ਸਿਸਟਰ ਦਾ ਇਹੋ ਜਿਹਾ ਪਿਆਰ ਬਹੁਤ ਘੱਟ ਜਗ੍ਹਾ ਮਿਲਦਾ ਹੈ। ਬਹੁਤ ਲਗਾਵ ਸੀ ਆਪਣੀ ਸਿਸਟਰ ਨਾਲ, ਉਹਨਾਂ ਨੂੰ ਬਹੁਤ ਖਿੱਚ ਸੀ ਉਹਨਾਂ ਨਾਲ, ਤੇ ਆਪਸ ਵਿੱਚ ਗੱਲਬਾਤ ਬਹੁਤ ਕਰਦੇ ਸਨ। ਉਹਨਾਂ ਦੇ ਜਾਣ ਤੋਂ ਬਾਅਦ ਇਹਨਾਂ ਦਾ ਮਨ ਹੋਰ ਉਦਾਸ ਹੋ ਗਿਆ। ਭੈਣ ਦੇ ਕਹਿਣ ਤੇ ਪਿਤਾ ਕਾਲੂ ਜੀ ਨੇ ਇਹਨਾਂ ਨੂੰ ਸੁਲਤਾਨਪੁਰ ਲੋਧੀ ਭੇਜ ਦਿੱਤਾ। ਸੁਲਤਾਨਪੁਰ ਲੋਧੀ ਆਪਣੀ ਸਿਸਟਰ ਕੋਲ ਆ ਗਏ। ਇਹ ਸੈਕੰਡ ਲਾਈਫ ਉਹਨਾਂ ਦੀ, ਉੱਥੋਂ ਸੈਕੰਡ ਫੇਜ਼ ਲਾਈਫ ਦਾ ਸ਼ੁਰੂ ਹੁੰਦਾ ਹੈ। ਉੱਥੇ ਰਹੇ, ਉੱਥੇ ਫਿਰ ਇਹਨਾਂ ਦੀ ਨੌਕਰੀ ਜਿਹੜੀ ਹੈ ਲੋਕਲ ਨਵਾਬ ਕੋਲ ਕਰਵਾ ਦਿੱਤੀ। ਐਜ਼ ਵੀ ਨੋ ਕਿ ਮੋਦੀ ਖਾਨੇ ਨੌਕਰੀ ਕਰਦੇ ਰਹੇ। ਥੋੜੀ ਦੇਰ ਨੌਕਰੀ ਕਰਨ ਤੋਂ ਬਾਅਦ ਜਦੋਂ ਵਿਆਹ ਦੀ ਉਮਰ ਹੋਈ ਤੇ ਇਹਨਾਂ ਦਾ ਵਿਆਹ ਵੀ ਉੱਥੇ ਹੀ
ਕੀਤਾ ਗਿਆ। ਬਟਾਲੇ ਉਹਨਾਂ ਦੀ ਇਨ-ਲॉज ਸਨ। ਉੱਥੋਂ ਮਾਤਾ ਸੁਲੱਖਣੀ ਜੀ ਦੇ ਨਾਲ ਇਹਨਾਂ ਦਾ ਵਿਆਹ ਹੋ ਗਿਆ ਤੇ ਵਿਆਹ ਤੋਂ ਬਾਅਦ ਫਿਰ ਨੌਕਰੀ ਵੀ ਕੀਤੀ ਇਹਨਾਂ ਨੇ। ਨੌਕਰੀ ਕਰਨ ਤੋਂ ਬਾਅਦ ਫਿਰ ਅਚਾਨਕ ਇੱਕ ਦਿਨ ਜਿਹੜਾ ਵੇਈ ਨਦੀ ਵਾਲਾ ਇਨਸੀਡੈਂਟ ਹੈ, ਅੱਜ ਕੱਲ੍ਹ ਕਈ ਨਹੀਂ ਮੰਨਦੇ ਉਸਨੂੰ, ਕਈ ਕਹਿੰਦੇ ਜੀ ਨਹੀਂ ਹੋਇਆ, ਇਹ ਹੋਇਆ ਜਾਂ ਨਹੀਂ ਹੋਇਆ। ਗੁਰੂ ਨਾਨਕ ਚਮਤਕਾਰ ਵਿੱਚ ਬਹੁਤ ਸੋਹਣੀ ਤਰੀਕੇ ਨਾਲ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਉਸ ਇਨਸੀਡੈਂਟ ਨੂੰ ਲਿਖਿਆ ਹੈ। ਜਨਮ ਸਾਖੀਆਂ 'ਚ ਆਇਆ ਇੰਸੀਡੈਂਟ। ਤੇ ਉਸ ਇਨਸੀਡੈਂਟ ਤੋਂ ਬਾਅਦ ਜਦੋਂ ਨਦੀ ਵਿੱਚ ਗਏ, ਵਾਪਸ ਨਹੀਂ ਆਏ, 2 ਦਿਨਾਂ ਬਾਅਦ ਨਿਕਲ ਕੇ ਉਹਨਾਂ ਦਾ ਮਾਈਂਡ ਜਿਹੜਾ ਹੈ ਉਹ ਹੋ ਗਿਆ ਕਿ ਮੈਂ ਹੁਣ ਉਦਾਸੀਆਂ ਤੇ ਜਾਣਾ ਹੈ, ਦੁਨੀਆ ਨੂੰ ਤਾਰਨ ਵਾਸਤੇ, ਦੁਨੀਆ ਨੂੰ ਸੰਦੇਸ਼ ਦੇਣ ਵਾਸਤੇ। ਇਹ ਥਰਡ ਫੇਜ਼ ਉਹਨਾਂ ਦਾ ਲਾਈਫ ਦਾ ਸ਼ੁਰੂ ਹੋਇਆ। ਪਹਿਲੇ ਤਲਵੰਡੀ, ਉਸ ਤੋਂ ਬਾਅਦ ਸੁਲਤਾਨਪੁਰ ਲੋਧੀ ਤੋਂ ਬਾਅਦ ਉਦਾਸੀਆਂ ਸ਼ੁਰੂ ਹੋ ਗਈਆਂ। 4 ਉਦਾਸੀਆਂ, ਪਹਿਲੀ ਪੰਜਾਬ ਦੀ ਛੋਟੀ ਉਦਾਸੀ ਲੈ ਕੇ ਫਿਰ 4 ਵੱਡੀ ਉਦਾਸੀਆਂ ਤੇ ਗਏ। ਇੱਕ ਉਦਾਸੀ ਵਿੱਚ ਪੂਰੇ ਇੰਡੀਆ ਦਾ ਫੇਰਾ ਸੀ ਸਾਰਾ, ਜਿਹਦੇ ਵਿੱਚ ਉਹਨਾਂ ਨੇ ਪੂਰੇ ਨਾਰਦਰਨ ਇੰਡੀਆ, ਈਸਟਰਨ ਇੰਡੀਆ, ਸਾਊਦਰਨ ਇੰਡੀਆ, ਸ਼੍ਰੀਲੰਕਾ ਤੱਕ ਦਾ ਫੇਰਾ ਲਿੱਤਾ। ਫਿਰ ਬਾਕੀ ਉਦਾਸੀਆਂ ਵਿੱਚ ਉਹਨਾਂ ਨੇ ਤਿੱਬਤ ਵੀ ਗਏ, ਪਹਾੜੀ ਇਲਾਕਿਆਂ ਦਾ ਵੀ ਭ੍ਰਮਣ ਕੀਤਾ ਉਹਨਾਂ ਨੇ। ਇੱਕ ਉਦਾਸੀ ਉਹਨਾਂ ਨੇ ਅਰਬ ਦੇਸ਼ ਦੀ ਵੀ ਲਿੱਤੀ, ਜਿਹਦੇ ਵਿੱਚ ਕਿ ਮਹਾਰਾਜ ਹਜ ਵੀ ਕਰਨ ਜਾਂਦੇ ਹਨ ਤੇ ਬਗਦਾਦ ਜਾਣ ਦਾ ਵੀ ਲਿਖਿਆ ਹੋਇਆ ਹੈ। ਹਸਨ ਅਬਦਾਲ ਵੀ ਗਏ ਉਸ ਸਾਖੀ ਵਿੱਚ। ਤੇ ਇਹਨਾਂ ਉਦਾਸੀਆਂ ਦੇ ਵਿੱਚ ਮਹਾਰਾਜ ਨੇ ਕਿਤਨੇ ਅਣਗਿਣਤ ਲੋਕਾਂ ਨੂੰ ਮਿਲੇ, ਕਿਤਨੇ ਅਣਗਿਣਤ ਲੋਕਾਂ ਨੂੰ ਉਤਾਰਿਆ, ਕਿਤਨੇ ਅਣਗਿਣਤ ਲੋਕਾਂ ਦਾ ਉਧਾਰ ਕੀਤਾ, ਇਹਦਾ ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ। ਧੰਨ ਮੇਰੇ ਨਾਨਕ, ਜਿਹੜਾ ਆਪ ਕਿਸੇ ਬਗੈਰ ਕਿਸੇ ਮੋਟਿਵ ਤੋਂ, ਕਿਸੇ ਪੈਸੇ ਕਮਾਉਣ ਦਾ ਕੋਈ ਮੋਟਿਵ ਨਹੀਂ ਸੀ ਉਹਨਾਂ ਦਾ, ਕੋਈ ਨਾਲ ਕੋਈ ਪੈਸੇ ਲੈ ਕੇ ਚਲਦੇ ਵੀ ਨਹੀਂ ਸਨ ਬਹੁਤਾ ਸਾਰਾ, ਕੋਈ GPS ਨਾਲ ਨਹੀਂ ਹੈ, ਕੋਈ ਸੈਲਫੋਨ ਨਾਲ ਨਹੀਂ ਹੈ, ਕੋਈ ਵੱਡਾ ਸਮਾਨ ਨਾਲ ਨਹੀਂ ਹੈ। ਮਰਦਾਨਾ ਹੈ ਨਾਲ, ਕਿਧਰੇ ਭਾਈ ਬਾਲਾ ਜੀ ਨਾਲ ਹੈ, ਕਿਤੇ ਮੇਰੇ ਸੱਚੇ ਪਾਤਸ਼ਾਹ, ਕਿਤੇ ਜੰਗਲਾਂ 'ਚ ਹੋ ਕੇ, ਕਿਤੇ ਕਠਿਨ ਰਸਤਿਆਂ ਉੱਤੇ ਹੁੰਦੇ ਹੋਏ ਕਿੰਨਿਆਂ ਨੂੰ ਉਧਾਰਦੇ ਹਨ। ਲਿਸਟ ਇਤਨੀ ਲੰਬੀ ਹੈ ਕਿ ਮੈਂ ਜੇ 10 ਘੰਟੇ ਵੀ ਬੋਲਾਂ ਤਾਂ ਵੀ ਨਹੀਂ, ਉਹਦੀ ਲਿਸਟ ਖਤਮ ਨਹੀਂ ਹੋ ਸਕਦੀ। ਉਹਨਾਂ ਨੇ ਪ੍ਰਵਾਹ ਨਹੀਂ ਕੀਤੀ ਕਿੱਥੇ ਰਹੇ ਹਨ ਉਹ ਚਾਹੇ ਚੋਰ ਹੋਣ, ਚਾਹੇ ਡਾਕੂ ਹੋਣ, ਚਾਹੇ ਰਾਖਸ਼ ਹੋਣ, ਚਾਹੇ ਉਹ ਪੜ੍ਹੇ ਲਿਖੇ ਹੋਰ ਪ੍ਰਮਾਤਮਾ ਦੇ ਪਹੁੰਚੇ ਹੋਏ ਭਾਈ ਝੰਡਾ ਜੀ ਵਰਗੇ ਹੋਣ, ਉਹ ਸਾਰਿਆਂ ਨੂੰ ਉਤਾਰਦੇ ਹਨ, ਸਾਰਿਆਂ ਨੂੰ ਇੱਕੋ ਜਿਹਾ ਦੇਖਦੇ ਹਨ। ਨਿਰੰਕਾਰੀ ਰੂਪ ਹਨ ਬਾਬਾ ਮੇਰੇ। ਇਹ ਉਦਾਸੀਆਂ ਉਹਨਾਂ ਦੀਆਂ ਗੁਰੂ ਨਾਨਕ ਚਮਤਕਾਰ ਵਿੱਚ ਬਹੁਤ ਅੱਛੀ ਤਰ੍ਹਾਂ ਨਿਰੂਪਤ ਹਨ। ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੀ ਲਾਈਫ ਨੂੰ, ਉਹਨਾਂ ਦੀ ਆਤਮਾ ਦੇ ਦਰਸ਼ਨ ਕਰਨੇ ਹੋਣ, ਇਹ ਮੇਰੀ ਸਟਰੋਂਗ ਸੁਜੈਸ਼ਨ ਹੈ ਕਿ ਤੁਸੀਂ ਗੁਰੂ ਨਾਨਕ ਚਮਤਕਾਰ ਨੂੰ ਜ਼ਰੂਰ ਪੜ੍ਹੋ। ਉਹ 2 ਵਾਲੀਅਮ ਹਨ ਭਾਈ ਸਾਹਿਬ ਭਾਈ ਵੀਰ ਸਿੰਘ ਦੀਆਂ। ਉਹਨਾਂ ਦੇ ਆਤਮਾ ਦੇ ਦਰਸ਼ਨ ਕਰਾਏ ਹਨ, ਉਹਨਾਂ ਦੀ ਅਸਲੀ ਜਿਹੜੀ ਅੰਦਰੂਨੀ ਜਿਹੜੀ ਉਹਨਾਂ ਦੀ ਫਿਲਾਸਫੀ ਹੈ, ਅੰਦਰੂਨੀ ਜਿਹੜੀਆਂ ਫੀਲਿੰਗਸ ਹਨ, ਉਹਨਾਂ ਦੇ ਦਰਸ਼ਨ ਭਾਈ ਸਾਹਿਬ ਜੀ ਨੇ ਬਹੁਤ ਖੂਬਸੂਰਤੀ ਨਾਲ ਕਰਾਏ ਹਨ। ਜਨਮ ਸਾਖੀਆਂ ਵਿੱਚ ਵੀ ਦਾ ਜ਼ਿਕਰ ਆਉਂਦਾ ਹੈ। ਸੂਰਜ ਪ੍ਰਕਾਸ਼ ਵਿੱਚ ਹੀ ਬਹੁਤ ਅੱਛੀ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਨੇ ਦੋਨੇ ਲਾਈਫ ਨੂੰ ਕਵਰ ਕੀਤਾ ਹੈ ਉਹਨਾਂ ਦੀ। ਤੇ ਉਹਨਾਂ ਉਦਾਸੀਆਂ ਵਿੱਚ ਅਨੇਕਾਂ ਅਸੰਖ ਸਾਖੀਆਂ ਹਨ ਜਿਹੜੀਆਂ ਮਹਾਰਾਜ ਜਾਣਦੇ ਹਨ, ਜਿੱਥੇ ਲੋਕ ਗੱਲਬਾਤ ਹੁੰਦੀ ਹੈ। ਕਈ ਬੜੀਆਂ ਗੱਲਬਾਤ ਜਿਹੜੀਆਂ ਹਨ ਬੜੀਆਂ ਵੈਲਿਊਬਲ ਹਨ, ਬੜੀਆਂ। ਸੋ ਮੇਰੀ ਸਟਰੋਂਗ ਸੁਜੈਸ਼ਨ ਹੈ ਕਿ ਤੁਸੀਂ ਉਹਨਾਂ ਸਾਖੀਆਂ ਨੂੰ, ਉਹਨਾਂ ਉਦਾਸੀਆਂ ਦੇ ਜਿਹੜੇ ਉਦਾਸੀਆਂ ਵਿੱਚ ਜਿਹੜੇ ਡਿਫਰੈਂਟ ਲੋਕਾਂ ਨੂੰ ਮਿਲਦੇ ਹਨ, ਚਾਹੇ ਉਹ ਸੱਜਣ ਠੱਗ ਹੈ, ਚਾਹੇ ਉਹ ਕੋਡਾ ਰਾਖਸ਼ ਹੈ, ਚਾਹੇ ਭਾਈ ਝੰਡਾ ਜੀ ਹਨ, ਚਾਹੇ ਜਾ ਕੇ ਸ਼੍ਰੀਲੰਕਾ ਵਿੱਚ ਜਾਂਦੇ ਹਨ, ਉੱਥੇ ਮਿਲਦੇ ਹਨ ਰਾਜਿਆਂ ਨੂੰ, ਉੱਥੇ ਉਹਨਾਂ ਨੂੰ ਉਧਾਰ ਕਰਦੇ ਹਨ, ਜਿੱਥੇ ਜਾਂਦੇ ਹਨ। ਜਾਂ ਫਿਰ ਜਿੱਥੇ ਪੀਰਾਂ ਨੂੰ ਮਿਲਦੇ ਹਨ, ਜਦੋਂ ਆਪਣੀ ਵੈਸਟ ਦੀ ਟ੍ਰਿਪ ਵਿੱਚ ਜਾਂਦੇ ਹਨ, ਜਦੋਂ ਅਰਬ ਦੇਸ਼ ਨੂੰ, ਜਦੋਂ ਮੱਕਾ ਮਦੀਨਾ ਬਗਦਾਦ ਵਾਲੀ ਟ੍ਰਿਪ ਨੂੰ ਜਾਂਦੇ ਹਨ, ਉੱਥੇ ਜਿਨ੍ਹਾਂ ਨੂੰ ਮਿਲਦੇ ਹਨ। ਕਸ਼ਮੀਰ ਵਿੱਚ, ਨਾਰਦਰਨ ਇੰਡੀਆ ਜਿੱਥੇ ਪਹਾੜਾਂ ਜਿਹਦੇ ਵਿੱਚ, ਤਿੱਬਤ ਵਿੱਚ, ਉਹਨਾਂ ਇਲਾਕਿਆਂ ਵਿੱਚ, ਲਦਾਖ ਵਿੱਚ ਜਿੱਥੇ ਜਾਂਦੇ ਹਨ। ਇਹ ਮੇਰੀ ਸਟਰੋਂਗ ਇਨਕਰੇਜਮੈਂਟ ਹੈ ਸਾਰਿਆਂ ਨੂੰ ਕਿ ਉਹ ਉਦਾਸੀਆਂ ਉਹਨਾਂ ਬਾਰੇ ਜ਼ਰੂਰ ਬੰਦਾ ਅਧਿਐਨ ਕਰੇ ਤੇ ਪੜ੍ਹੇ ਤੇ ਸਮਝੇ ਕਿ ਕਿੱਥੇ ਗਏ ਹਨ ਮਹਾਰਾਜ, ਕਿਹਨਾਂ ਨੂੰ ਉਧਾਰ ਕੀਤਾ ਹੈ। ਉਸ ਤੋਂ ਬਾਅਦ ਫਿਰ ਜੇ ਉਦਾਸੀਆਂ ਖਤਮ ਹੋਣ ਤੋਂ ਬਾਅਦ ਸੁਲਤਾਨਪੁਰ ਲੋਧੀ ਨਹੀਂ, ਸਿੱਧਾ ਹੀ ਵਾਪਸ ਕਰਤਾਰਪੁਰ ਚਲੇ ਜਾਂਦੇ ਹਨ, ਕਰਤਾਰਪੁਰ ਸੈਟਲ ਹੋ ਜਾਂਦੇ ਹਨ। ਇਹ ਕਰਤਾਰਪੁਰ ਹੁਣ ਪਾਕਿਸਤਾਨ ਵਿੱਚ ਹੈ, ਰਾਵੀ ਦੇ ਉਸ ਪਾਰ। ਮਹਾਰਾਜ ਉੱਥੇ ਇੱਕ ਰੈਗੂਲਰ ਫਾਰਮਰ ਦੀ ਤਰ੍ਹਾਂ ਕਾਸ਼ਤਕਾਰੀ ਕਰਦੇ ਹਨ ਤੇ ਫਾਰਮਰ ਦੀ ਜ਼ਿੰਦਗੀ ਬਤੀਤ ਕਰਦੇ ਹਨ ਤੇ ਉੱਥੇ ਲੰਗਰ ਦੀ ਪ੍ਰਥਾ ਵੀ ਚਲਾਉਂਦੇ ਹਨ ਤੇ ਉਧਾਰ ਕਰਦੇ ਹਨ। ਉੱਥੇ ਦਿਖਾਇਆ ਹੈ ਕਿ ਗ੍ਰਹਸਤੀ ਦਾ ਜੀਵਨ ਰਹਿ ਕੇ ਗ੍ਰਹਸਥ ਵਰਗਾ ਜੀਵਨ ਉਹਨਾਂ ਨੇ ਬਿਤਾਇਆ ਉੱਥੇ, ਤੇ ਆਪਣੀ ਲਾਈਫ ਦੇ ਲਾਸਟ about 17-18 years or so ਕਰਤਾਰਪੁਰ ਬਿਤਾਉਂਦੇ ਹਨ। ਕਰਤਾਰਪੁਰ ਜੋਤੀ ਜੋਤ ਸਮਾਉਂਦੇ ਹਨ ਤੇ ਭਾਈ ਲਹਿਣਾ ਜੀ ਨੂੰ
ਗੁਰੂ ਅੰਗਦ ਦੇਵ ਜੀ ਬਣਾਉਂਦੇ ਹਨ ਤੇ ਅਗਲੀ ਗੁਰਿਆਈ ਜਿਹੜੀ ਉਹਨਾਂ ਨੂੰ ਦਿੰਦੇ ਹਨ। ਇਹ ਲਾਈਫ ਸਕੈਚ ਇੱਕ ਛੋਟੀ ਉਹਨਾਂ ਦੀ ਲਾਈਫ ਸਕੈਚ ਹੈ ਜਿਹੜੀ। ਮਹਾਰਾਜ ਦੀ ਲਾਈਫ ਇਤਨੀ ਵੱਡੀ ਹੈ ਕਿ ਇਹ ਸਾਰੀ ਲਾਈਫ ਇੱਕ ਟਾਕ ਵਿੱਚ ਖਤਮ ਨਹੀਂ ਹੋ ਸਕਦੀ। ਮੈਂ ਕੋਸ਼ਿਸ਼ ਕਰਾਂਗਾ ਜਿਤਨੀ ਉਹਨਾਂ ਦੀ ਲਾਈਫ ਦੇ ਡਿਫਰੈਂਟ ਐਸਪੈਕਟ ਜਿਹੜੇ ਲਾਈਫ ਦੇ ਹਨ ਉਹ ਤੁਹਾਡੇ ਸਾਹਮਣੇ ਸਾਰੇ ਰੱਖਾਂ। ਉਹ ਇੱਕ ਬਹੁਤ ਵੱਡੇ ਫਿਲਾਸਫਰ ਤੇ ਪ੍ਰਮਾਤਮਾ ਦੇ ਭਗਤ ਸਨ ਆਪ, ਤੇ ਉਹਨਾਂ ਨੇ ਇਨਕਰੇਜ ਇੱਕੋ ਹੀ ਗੱਲ ਤੇ ਕੀਤਾ ਕਿ ਇੱਕ ਪ੍ਰਮਾਤਮਾ ਨੂੰ ਯਾਦ ਕਰੋ। ਉਹ ਇੱਕ ਹੈ, ਦੋ ਨਹੀਂ ਹੈ, ਉਹ ਹਜ਼ਾਰਾਂ ਨਹੀਂ ਹਨ, ਉਹ 33 ਕਰੋੜ ਨਹੀਂ ਹਨ, ਉਹ ਬਸ ਇੱਕੋ ਹੀ ਇੱਕ ਹੈ, ਜਿਹੜਾ ਜਨਮ ਨਹੀਂ ਲੈਂਦਾ, ਜਿਹੜਾ ਮਰਦਾ ਨਹੀਂ, ਜਿਹੜਾ ਕਦੀ ਇੱਥੇ ਆਉਂਦਾ ਨਹੀਂ, ਜੋ ਹਮੇਸ਼ਾ ਤੋਂ ਇੱਥੇ ਹੈ, ਜਿਹੜਾ ਜਿੰਨੇ ਹਮੇਸ਼ਾ ਰਹਿਣਾ ਹੈ, ਜਿਹੜਾ ਸਭਦਿਆਂ ਦੇ ਅੰਦਰ ਹੈ ਤੇ ਸਭਦਿਆਂ ਦੇ ਬਾਹਰ ਵੀ ਹੈ। ਉਹ ਨਾਮ ਰੂਪ ਉਹਨਾਂ ਨੇ, ਇਹ ਰੂਪ ਪ੍ਰਮਾਤਮਾ ਦਾ ਉਹਨਾਂ ਨੇ ਦੁਨੀਆ ਦੇ ਸਾਹਮਣੇ ਦੱਸਿਆ ਕਿ ਉਹ ਇੱਕ ਨਿਰਗੁਣ ਰੂਪ ਵਿੱਚ ਵੀ ਹੈ, ਭਾਵ ਨਜ਼ਰ ਨਹੀਂ ਆਉਂਦੇ, ਐਬਸਟ੍ਰੈਕਟ ਰੂਪ ਵਿੱਚ ਵੀ ਹਨ, ਹਰ ਜਗ੍ਹਾ ਅੰਦਰ ਹਨ, ਤੁਹਾਡੇ ਮੇਰੇ ਅੰਦਰ ਵੀ ਹਨ, ਤੁਹਾਡੇ ਅੰਦਰ ਵੀ ਹੈ, ਬਾਹਰ ਵੀ ਹੈ, ਹਰ ਜਗ੍ਹਾ ਹੈ, ਹਰ ਗੈਲੈਕਸੀ ਵਿੱਚ ਹਨ, ਹਰ ਸਮੁੰਦਰਾਂ ਦੇ ਗਹਿਰੇ ਤਲਾਂ ਵਿੱਚ ਹਨ, ਜਲਥਲ ਮਈਲ ਵਿੱਚ ਉਹ ਪ੍ਰਮਾਤਮਾ ਹਰ ਜਗ੍ਹਾ ਮੌਜੂਦ ਹੈ। ਤੇ ਨਾਲ ਇਹ ਵੀ ਦੱਸਿਆ ਕਿ ਸਰਗੁਣ ਰੂਪ ਵਿੱਚ ਉਹ ਹਰ ਇੱਕ ਦੇ ਅੰਦਰ ਹੈ। ਇਸ ਵਾਸਤੇ ਉੱਥੇ ਇੱਕ ਨਿਵੇਕਲਾਪਨ ਉਹਨਾਂ ਨੇ ਕ੍ਰੀਏਟ ਕੀਤਾ। ਉਹਨਾਂ ਨੇ ਕਿਹਾ ਨਹੀਂ, ਪ੍ਰਮਾਤਮਾ ਦੀ ਸੇਵਾ ਸਿਰਫ ਨਿਰਗੁਣ ਰੂਪ ਵਿੱਚ ਘਰ-ਬਾਰ ਛੋੜ ਕੇ ਤੇ ਆਰਾਧਨਾ ਕਰਨ ਵਿੱਚ, ਤਪ ਤਪੱਸਿਆ ਵਿੱਚ ਨਹੀਂ ਹੈ। ਪ੍ਰਮਾਤਮਾ ਦੀ ਸੇਵਾ ਦੁਨੀਆ ਦੀ ਸੇਵਾ ਹੈ। ਪ੍ਰਮਾਤਮਾ ਦੀ ਸੇਵਾ ਹਰ ਉਸ ਜੀਵ ਦੀ ਸੇਵਾ ਹੈ, ਹਰ ਉਸ ਲੋੜਮੰਦ ਦੀ ਸੇਵਾ ਹੈ ਜਿਹਦੇ ਵਿੱਚ ਉਹ ਬੈਠਾ ਹੋਇਆ ਹੈ। ਇਸ ਵਾਸਤੇ ਪੁਰਾਤਨ ਰਹਿਤਨਾਮਿਆਂ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਹੈ। ਉਹਨਾਂ ਨੇ ਇੱਕ ਨਿਰੰਕਾਰ ਦੀ ਪੂਜਾ ਸਿਖਾਈ। ਉਹਨਾਂ ਨੇ ਕਿਹਾ ਪੂਜਣਾ ਸਿਰਫ ਇੱਕ ਨਿਰੰਕਾਰ ਨੂੰ ਹੈ, ਲੇਕਿਨ ਸੇਵਾ ਸਾਰੀ ਕੁਦਰਤ ਦੀ ਕਰਨੀ ਹੈ। ਕੁਦਰਤ ਵਿੱਚ ਬੈਠਾ ਹੈ ਆਪ, ਉਹ ਕੁਦਰਤ ਦੇ ਨਾਲ ਉਹਦਾ ਉਹ ਇੱਕ ਮਿਚ ਹੈ, ਔਰ ਕੁਦਰਤ ਦੇ ਵਿੱਚੋਂ ਉਹਨੂੰ ਢੂੰਡਣਾ ਹੈ, ਸਾਰਿਆਂ ਸਭ ਦੇ ਵਿੱਚ ਹੈ। ਇਸ ਵਾਸਤੇ ਸੇਵਾ ਦਾ ਅੰਗ ਬਹੁਤ ਵੱਡਾ ਉਹਨਾਂ ਨੇ ਸਿਖਾਇਆ। ਉਹਨਾਂ ਨੇ ਕਿਹਾ ਕਿ ਪ੍ਰਮਾਤਮਾ ਦੀ ਪੂਜਾ ਕਰਨ ਤੋਂ ਪਹਿਲੇ ਪ੍ਰਮਾਤਮਾ ਦੀ ਸੇਵਾ ਕਰੋ। ਸੇਵਕ ਕਿਸ ਤਰ੍ਹਾਂ ਬਣਨਾ ਹੈ, ਸੁਖਮਨੀ ਸਾਹਿਬ ਦੀਆਂ ਲਾਈਨਾਂ ਆਉਂਦੀਆਂ ਹਨ, ਬੜੀਆਂ ਪਾਵਰਫੁਲ ਹਨ। ਉਹ ਸੇਵਕ ਬਣਨਾ ਤੇ ਸੇਵਾ ਕਰਨੀ, ਉਹਨਾਂ ਨੇ ਪਹਿਲਾਂ ਕਿਹਾ ਕਿ ਪਹਿਲੇ ਇਹ ਕਰੇ ਬੰਦਾ। ਸੇਵਾ ਸਿੱਖੀ ਦਾ ਸਤੰਭ ਬਣਾਇਆ ਉਹਨਾਂ ਨੇ ਆਪ, ਤੇ ਆਪ ਮਾਨਵਤਾ ਦੀ ਸੇਵਾ ਕੀਤੀ ਉਹਨਾਂ ਉਦਾਸੀਆਂ ਵਿੱਚ। ਉਹਨਾਂ ਨੇ ਘਰ ਘਰ ਜਾ ਕੇ ਲੋਕਾਂ ਨੂੰ ਉਧਾਰ ਕੀਤਾ ਉਹਨਾਂ ਦਾ। ਤੇ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਵੀ ਹਰ ਲੋੜਮੰਦ, ਜਿਸਨੂੰ ਜਿਹੜਾ ਪੜ੍ਹ ਨਹੀਂ ਸਕਦਾ, ਜਿਹਨੂੰ ਪਿਆਰ ਨਹੀਂ ਮਿਲ ਸਕਦਾ, ਜਿਹੜਾ ਇਕੱਲਾ ਹੈ, ਜਿਹਨੂੰ ਸਾਈਕੋਲੋਜੀਕਲ ਇਸ਼ੂਜ਼ ਹਨ, ਜਿਨ੍ਹਾਂ ਨੂੰ ਪੈਸੇ ਦਾ ਇਸ਼ੂ ਹੈ, ਕਿਸੇ ਵੀ ਤਰੀਕੇ ਦੀ ਲੰਗਰ ਦੀ, ਖਾਣ ਪੀਣ ਦੀ, ਕਿਸੇ ਵੀ ਤਰ੍ਹਾਂ ਦੀ ਸੇਵਾ ਜਿਹੜੀ ਹੈ, ਉਹ ਇਹ ਸੇਵਾ। ਔਰ ਇੱਕ ਗੱਲ ਮੈਂ ਹੋਰ ਕਲੀਅਰ ਕਰ ਦਿਆਂ ਇੱਥੇ, ਕ੍ਰਿਸਚੈਨਿਟੀ ਵਿੱਚ ਸੇਵਾ ਜਿਹੜੀ ਹੈ ਉਹ ਸ਼ਾਇਦ ਉਹਨਾਂ ਨੂੰ ਉਹ ਕਮਿਊਨਿਟੀ ਸਰਵਿਸ ਗਿਣਦੇ ਹਨ ਉਸ ਸੇਵਾ ਨੂੰ। ਸਿੱਖੀਜ਼ਮ ਵਿੱਚ ਜਿਹੜੀ ਸੇਵਾ ਹੈ ਇਹ ਕਮਿਊਨਿਟੀ ਸਰਵਿਸ ਨਹੀਂ ਹੈ, ਇਹ ਵਰਸ਼ਿਪ ਹੈ, ਇਹ ਪ੍ਰਮਾਤਮਾ ਦੀ ਆਰਾਧਨਾ ਹੈ ਸੇਵਾ। ਤੇ ਪ੍ਰਮਾਤਮਾ ਦੀ ਆਰਾਧਨਾ ਇਸ ਵਾਸਤੇ ਹੈ ਕਿਉਂਕਿ ਉਹਨਾਂ ਨੇ ਸੇਵਾ ਜਿਹੜੀ ਹੈ, ਜਿਹਦੀ ਸੇਵਾ ਕਰਦੇ ਪਏ ਹੋ, ਉਹਦੇ ਵਿੱਚ ਉਸ ਪ੍ਰਮਾਤਮਾ ਦਾ ਰੂਪ ਦੇਖਣਾ ਹੈ। ਤੇ ਜੇ ਕਿਸੇ ਗਰੀਬ ਨੂੰ ਰੋਟੀ ਖਵਾਈ ਹੈ ਤੇ ਉਹਦੇ ਵਿੱਚ ਪ੍ਰਮਾਤਮਾ ਨੂੰ ਰੋਟੀ ਖਵਾਈ ਹੈ, ਤੁਸੀਂ ਉਹਦੀ ਸੇਵਾ ਕੀਤੀ ਕਿਉਂਕਿ ਉਹਦੇ ਵਿੱਚ ਉਹ ਬੈਠਾ ਹੋਇਆ ਹੈ। ਜੇ ਕਿਸੇ ਗਰੀਬ ਨੂੰ ਪੜ੍ਹਾਇਆ ਹੈ ਤੇ ਸਮਝ ਲਓ ਕਿ ਉਸ ਪ੍ਰਮਾਤਮਾ ਨੂੰ ਸੇਵਾ ਤੁਸੀਂ ਕੀਤੀ ਹੈ ਕਿਉਂਕਿ ਉਹਦੇ ਵਿੱਚ ਉਸ ਨੂੰ ਤੁਸੀਂ ਦੇਖਿਆ ਹੈ। ਉਹਦੇ ਵਿੱਚ ਸੇਵਾ ਦਾ ਇਹ ਬਹੁਤ ਵੱਡਾ ਫਿਲਾਸਫੀਕਲ ਰੂਪ ਦੁਨੀਆ ਦੇ ਸਾਹਮਣੇ ਰੱਖਿਆ, ਤੇ ਨਾਲ ਇਹ ਵੀ ਕਿਹਾ ਕਿ ਇਹ ਝੂਠਾ ਨਹੀਂ ਹੈ ਸਾਰਾ ਸੰਸਾਰ ਸੱਚਾ ਹੈ, ਸੱਚ ਹੈ, ਉਹ ਹਰ ਜਗ੍ਹਾ ਆਪ ਬੈਠਾ ਹੋਇਆ ਹੈ। ਇਹਦੇ ਵਿੱਚ ਰਹਿਣਾ ਹੈ ਤੁਸੀਂ, ਸੰਸਾਰ ਵਿੱਚ, ਸੰਸਾਰ ਨੂੰ ਛੋੜ ਕੇ ਕਿਧਰੇ ਜਾਣਾ ਨਹੀਂ, ਘਰ-ਬਾਰ ਨਹੀਂ ਛੋੜਨਾ ਕਿਸੇ ਨੇ, ਆਪਣੇ ਬੀਵੀ ਬੱਚੇ ਦਾ ਤਿਆਗ ਨਹੀਂ ਕਰਨਾ, ਇਹਨਾਂ ਮੁਸ਼ਕਲਾਂ ਵਿੱਚ ਰਹਿਣਾ ਹੈ, ਇਸ ਕਿਰਤ ਕਰਨੀ ਹੈ। ਕਿਰਤ ਵਿੱਚੋਂ ਜਿਹੜੀ ਕਮਾਈ ਹੈ, ਉਹ ਕਮਾਈ ਜਿਹੜੀ ਹੈ ਸੇਵਾ ਵਿੱਚ ਖਰਚ ਕਰਨੀ ਹੈ ਤੇ ਇੱਕ ਪ੍ਰਮਾਤਮਾ ਨੂੰ ਯਾਦ ਕਰਨਾ ਹੈ। ਇਹ ਇੱਕ ਨਿਵੇਕਲਾ ਰਸਤਾ ਗੁਰੂ ਨਾਨਕ ਸੱਚੇ ਪਾਤਸ਼ਾਹ ਜਿਹੜੇ ਨਿਰੰਕਾਰ ਰੂਪ ਆਪ ਸਨ, ਉਹਨਾਂ ਨੇ ਦੁਨੀਆ ਦੇ ਸਾਹਮਣੇ ਰੱਖਿਆ। ਦੂਸਰੀ ਗੱਲ ਉਹਨਾਂ ਨੇ ਇਹ ਕਹੀ ਕਿ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਬਹੁਤ ਟਰੂਥਫੁਲ ਹੋਣੀ ਚਾਹੀਦੀ ਹੈ। ਸੱਚ ਵੱਡਾ ਹੈ, ਲੇਕਿਨ ਉਸ ਤੋਂ ਵੀ ਵੱਡਾ ਸੱਚ ਜਿਹੜਾ ਹੈ ਉਹ ਟਰੂਥਫੁਲ ਲਿਵਿੰਗ ਵਾਲਾ ਸੱਚ ਹੈ। ਇਹ ਨਹੀਂ ਹੈ ਕਿ ਇੱਕ ਦਿਨ ਪ੍ਰਮਾਤਮਾ ਨੂੰ ਯਾਦ ਕਰੇ, ਇੱਕ ਦਿਨ ਕੀਰਤਨ ਸਿੱਖੇ ਤੇ ਅਗਲੇ 2 ਦਿਨ ਫਿਰ ਝੂਠ ਬੋਲੇ, ਅਗਲੇ 2 ਦਿਨ ਫਿਰ ਮਕਾਰੀ ਕਰੇ। ਉਹਨਾਂ ਨੇ ਇਸ ਰਸਤੇ ਨੂੰ ਕਦੀ ਨਹੀਂ ਮੰਨਿਆ। ਚਾਹੇ ਆਪ 2-3 ਵਾਰੀ ਕਿਤਨੀ ਵਾਰੀ ਨਮਾਜ਼ਾਂ ਪੜ੍ਹਨ ਵੀ ਗਏ ਮਸਜਿਦ ਵਿੱਚ, ਤੇ ਨਮਾਜ਼ ਪੜ੍ਹ ਕੇ ਵੀ ਆ ਕੇ ਕਾਜ਼ੀ ਨੂੰ ਫਿਰ ਕਹਿ ਵੀ ਦਿੱਤਾ ਕਿ ਤੇਰਾ ਧਿਆਨ ਪ੍ਰਮਾਤਮਾ 'ਚ ਨਹੀਂ ਸੀ, ਤੇਰਾ
ਤੇਰਾ ਧਿਆਨ ਕਿਧਰੇ ਹੋਰ ਸੀ। ਸੋ ਇਹ ਉਹਨਾਂ ਨੇ ਕਦੀ ਕਿਸੇ ਸਿਸਟਮ ਨੂੰ ਰਿਜੈਕਟ ਨਹੀਂ ਕੀਤਾ, ਕਿਸੇ ਰਿਲੀਜਨ ਨੂੰ ਮਾੜਾ ਨਹੀਂ ਕਿਹਾ। ਉਹਨਾਂ ਨੇ ਇਹ ਸਿਖਾਇਆ ਹਮੇਸ਼ਾ ਕਿ ਆਪਣੀ ਜ਼ਿੰਦਗੀ ਨੂੰ ਸੁਖਾਲੀ ਰੱਖੋ, ਆਪਣੀ ਜ਼ਿੰਦਗੀ ਨੂੰ ਸੁੱਚਾ ਰੱਖੋ, ਆਪਣੀ ਜ਼ਿੰਦਗੀ ਨੂੰ ਟਰੂਥਫੁਲ ਲਾਈਫ ਦੇ ਉੱਤੇ ਚਲਾਓ ਤੇ ਜਿਤਨਾ ਹੋ ਸਕੇ ਗੁਣ ਇਕੱਠੇ ਕਰੋ। ਬਾਣੀ ਵਿੱਚ ਬਹੁਤਾ ਕਨਸੈਂਟਰੇਸ਼ਨ ਉਹਨਾਂ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੇ ਨਹੀਂ ਕੀਤੀ। ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਤੁਸੀਂ ਗੁਣ ਇਕੱਠੇ ਕਰੋ। ਤੇ ਗੁਣ ਕਿਹੜੇ ਹਨ ਵੱਡੇ? ਇੱਕ ਗੁਣ ਵੱਡਾ ਨਿਮਰਤਾ ਦਾ ਹੈ, ਹਿਊਮਿਲਿਟੀ ਵਾਲਾ, ਉਹ ਗੁਣ ਇਕੱਠਾ ਕਰੇ। ਦੂਸਰਾ ਗੁਣ ਸੇਵਾ ਵਾਲਾ ਹੈ, ਸੇਵਾ ਦਾ ਗੁਣ ਇਕੱਠਾ ਕਰੇ। ਆਨੈਸਟੀ ਵਾਲਾ ਗੁਣ ਇਕੱਠਾ ਕਰੇ, ਆਨੈਸਟੀ ਵਾਲੀ ਜ਼ਿੰਦਗੀ ਬਚਾਏ। ਦੂਸਰਿਆਂ ਨਾਲ ਛਲ ਕਪਟ ਨਾ ਕਰੇ, ਮਿੱਠਾ ਬੋਲੇ ਹਰ ਇੱਕ ਨਾਲ, ਕਿਸੇ ਨਾਲ ਕੋੜਾ ਬਚਨ ਨਾ ਬੋਲੇ। ਉਹ ਮਿਠਾਸ ਆਪਣੀ ਦੀ ਜ਼ਿੰਦਗੀ ਵਿੱਚ ਹੋਵੇ, ਮਿਠਾਸ ਉਹਦੀ ਜ਼ੁਬਾਨ 'ਚ ਹੋਵੇ। ਲਾਲਚ ਨਾ ਕਰੇ ਬਹੁਤਾ, ਦੁਨੀਆ ਦੀ ਹਰ ਵੱਡਿਆਂ ਦੀ ਇੱਜ਼ਤ ਕਰੇ, ਰਿਸਪੈਕਟ ਕਰੇ, ਹਰ ਧਰਮ ਦੀ ਰਿਸਪੈਕਟ ਕਰੇ। ਜਿੱਥੇ ਜਾਏ ਉੱਥੇ ਪਿਆਰ ਨਾਲ ਮਿਲੇ, ਤੇ ਜੇ ਕੋਈ ਵਾਦ ਵਿਵਾਦ ਹੋ ਜਾਏ ਤੇ ਪਿਆਰ ਨਾਲ ਬੈਠ ਕੇ ਸੈਟਲ ਕਰੇ। ਇਹ ਉਹਨਾਂ ਦੀ ਫਿਲਾਸਫੀ ਸੀ। ਇਹ ਉਹ ਆਪ ਇੰਜੇ ਹੀ ਸਨ। ਉਹ ਆਪ ਹੀ ਜਿੱਥੇ ਵੀ ਗਏ ਹਨ ਕਿਸੇ ਨਾਲ ਵੱਡੇ ਝਗੜੇ ਨਹੀਂ ਕੀਤੇ। ਉਹਨਾਂ ਨੇ ਸਭ ਨੂੰ ਪਿਆਰ ਨਾਲ ਸਮਝਾ ਕੇ ਹਰ ਚੀਜ਼ ਅੱਗੇ ਤੋਰੀ। ਉਹਨਾਂ ਨੇ ਤੇ ਸਾਡੀ ਲਾਈਫ ਵਿੱਚ ਉਹਨਾਂ ਨੇ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਕਿ ਪ੍ਰਮਾਤਮਾ ਇੱਕ ਹੈ, ਇੱਕ ਦੀ ਸੇਵਾ ਕਰੋ। ਉਹ ਨਾਮ ਰੂਪ ਵਿੱਚ ਹੈ, ਉਹਦੀ ਸ਼ਕਤੀ ਹਰ ਜਗ੍ਹਾ ਮੌਜੂਦ ਹੈ। ਉਹਦੀ ਸੇਵਾ ਕਰੋ। ਕੁਦਰਤ ਵਿੱਚ ਆਪ ਬੈਠਾ ਹੋਇਆ ਹੈ, ਕੁਦਰਤ ਤੁਹਾਨੂੰ ਅਲੱਗ ਨਹੀਂ ਹੈ। ਉਹ ਘਰ-ਬਾਰ ਛੋੜਨ ਦੀ ਲੋੜ ਨਹੀਂ, ਕਿਧਰੇ ਵੱਡੀ ਤਪੱਸਿਆ ਕਰਕੇ ਕੋਈ 70 ਸਾਲ ਇੱਕ ਜਗ੍ਹਾ ਬੈਠਣ ਦੀ ਲੋੜ ਨਹੀਂ। ਇਹ ਰਸਤਾ ਨਹੀਂ ਸੀ ਉਹਨਾਂ ਦਾ। ਉਹ ਪ੍ਰੇਮਾ ਭਗਤੀ ਵਿੱਚ ਬਿਲੀਵ ਕਰਦੇ ਸਨ। ਉਹ ਚਾਹੁੰਦੇ ਸਨ ਕਿ ਸਾਰਾ ਸੰਸਾਰ ਦੇ ਵਿੱਚ ਸਭ ਨਾਲ ਪ੍ਰੇਮ ਹੋਵੇ। ਪ੍ਰੇਮ ਅਸਥੰਭ ਬਣ ਗਿਆ ਸਿੱਖੀ ਦਾ, ਔਰ ਹੁਣ ਤੱਕ ਪ੍ਰੇਮ ਅਸਥੰਭ ਹੈ। ਇਸ ਵਾਸਤੇ ਸਿੱਖ ਇਰਾਕ ਵਿੱਚ ਹੀ ਸੇਵਾ ਕਰਦੇ ਹਨ, ਤੇ ਜੇ ਨੇਪਾਲ ਵਿੱਚ ਆ ਜਾਏ ਅਰਥਕੁਏਕ ਤੇ ਉੱਥੇ ਵੀ ਡਰਦੇ, ਉੱਥੇ ਵੀ ਜਾਂਦੇ, ਡਰਦੇ ਨਹੀਂ। ਸੇਵਾ ਦਾ ਰੂਪ ਇਹ ਸਿਖਾਇਆ ਤੇ ਇੱਕ ਪ੍ਰਮਾਤਮਾ ਨਾਲ ਪਿਆਰ ਕਰਨਾ ਸਿਖਾਇਆ। ਜਿਹੜੀ ਇਹ ਪਿਆਰ, ਇਹਨਾਂ ਜਿਹੜੇ ਦੈਵਿਕ ਗੁਣ ਜਿਹੜੇ ਦੱਸੇ ਹਨ, ਜਿਹੜੇ ਮੈਂ ਦੱਸ ਆਇਆ ਪਹਿਲੇ, ਇਹ ਗੁਣਾਂ ਦੇ ਉੱਤੇ ਫੋਕਸ ਕਰੇ। ਜਿੱਥੇ ਨਿਮਰਤਾ ਆਏਗੀ ਉੱਥੇ ਅਹੰਕਾਰ ਆਪਣੇ ਆਪ ਘਟ ਜਾਏਗਾ। ਜਿੱਥੇ ਸੱਚਾਈ ਆਏਗੀ, ਜਿੱਥੇ ਟਰੂਥਫੁਲ ਲਿਵਿੰਗ ਆਏਗੀ, ਉੱਥੇ ਝੂਠ ਆਪੇ ਘਟ ਜਾਏਗਾ। ਝੂਠ ਨੂੰ ਰਹਿਣ ਦੀ, ਜਗਣ ਦੀ, ਉਹਨੂੰ ਨਸਣ ਦੀ ਜਗ੍ਹਾ ਨਹੀਂ ਮਿਲੇਗੀ ਉਸਨੂੰ। ਇੱਕ ਛੋਟੀ ਸਾਖੀ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ, ਜਿਹੜੀ ਜਗਨਨਾਥਪੁਰੀ ਵਿੱਚ ਹੋਈ। ਉੱਥੇ ਭਾਈ ਝੰਡਾ ਜੀ ਨੇ ਇਹ ਕੁਐਸਚਨ ਕੀਤੇ। ਤੁਸੀਂ ਅਗਰ ਨੋਟਿਸ ਕਰੋਗੇ ਜਨਮ ਸਾਖੀਆਂ ਵਿੱਚ ਤੇ ਗੁਰੂ ਨਾਨਕ ਚਮਤਕਾਰ ਵਿੱਚ ਸਾਖੀ ਮੌਜੂਦ ਹੈ। ਜਦੋਂ ਉਹਨਾਂ ਨੂੰ ਇਹ ਕੁਐਸਚਨ ਕੀਤਾ ਗਿਆ ਕਿ ਇਹ ਲੋਭ ਮੋਹ ਹੰਕਾਰ ਤੋਂ ਛੁਟਕਾਰਾ ਕਿਸ ਤਰ੍ਹਾਂ ਮਿਲਦਾ ਹੈ, ਤੇ ਮਹਾਰਾਜ ਉੱਥੇ ਕਹਿੰਦੇ ਹਨ ਲੋਭ ਮੋਹ ਹੰਕਾਰ ਤੋਂ ਛੁਟਕਾਰਾ ਮਿਲਦਾ ਹੈ ਗੁਣਾਂ ਨੂੰ ਇਕੱਠੇ ਕਰਨ ਦਾ। ਜਦੋਂ ਗੁਣ ਇਕੱਠੇ ਕਰੇ, ਉੱਥੇ ਫਿਰ ਸਾਖੀ ਵਿੱਚ ਲਿਖਿਆ ਹੈ ਕਿ ਮਹਾਰਾਜ ਨੇ ਤਾਕੀਦ ਕੀਤੀ ਭਾਈ ਮਰਦਾਨਾ ਜੀ ਨੂੰ ਕਿ ਇੱਕ ਬਾਲਟੀ ਲੈ ਕੇ ਆਓ। ਜਿਹੜੇ ਆਪ ਲੈ ਕੇ ਆਏ, ਉਹਦੇ ਵਿੱਚ ਫਿਲਥ ਪਾਈ, ਉਹਨਾਂ ਨੇ ਗੰਦਗੀ ਸਾਰੀ ਪਾਈ, ਉਸ ਬਾਲਟੀ ਵਿੱਚ ਭਰ ਦਿੱਤੀ ਗੰਦਗੀ ਨਾਲ। ਉਹ ਬਾਲਟੀ ਕਿਚੜ ਤੇ ਹੋਰ ਫਿਲਥ ਸਾਰੀ ਭਰ ਕੇ ਹੁਣ ਕਿਹਾ ਤੁਸੀਂ ਬਾਹਰ ਰੱਖ ਆਓ ਇਸ ਨੂੰ। ਬਾਹਰ ਜਦੋਂ ਰੱਖਿਆ ਉਹਨਾਂ ਨੇ ਤੇ ਬਾਰਿਸ਼ ਹੋ ਰਹੀ ਸੀ ਬੜੀ ਜ਼ੋਰ ਦੀ, ਤੇ ਫਿਰ 2 ਘੰਟੇ ਬਾਅਦ ਜਾਂ 1 ਘੰਟੇ ਬਾਅਦ ਜਾਂ ਥੋੜੀ ਦੇਰ ਬਾਅਦ ਉਹਨਾਂ ਨੇ ਕਿਹਾ ਮਰਦਾਨੀਆ ਜਾ ਹੁਣ ਲੈ ਕੇ ਆ ਬਾਲਟੀ ਵਾਪਸ। ਜਦੋਂ ਵਾਪਸ ਉਹ ਲੈ ਕੇ ਆਏ ਤੇ ਉਸ ਬਾਲਟੀ ਵਿੱਚ ਕੋਈ ਫਿਲਥ ਨਹੀਂ ਸੀ, ਸਿਰਫ ਸੁੱਚਾ ਇੱਕ ਪਾਣੀ ਜਿਹੜਾ ਬਾਰਿਸ਼ ਦਾ ਸੀ ਉਹ ਹੀ ਪਿਆ ਹੋਇਆ ਸੀ ਸਾਰਾ। ਉਹ ਸਾਰੀ ਦੀ ਸਾਰੀ ਫਿਲਥ ਜਿਹੜੀ ਹੈ ਉਹ ਪੈ ਕੇ ਪਾਣੀ, ਉਹ ਫਿਲਥ ਜਿਹੜੀ ਹੈ ਬਾਹਰ ਚਲੀ ਗਈ ਸਾਰੀ। ਮਹਾਰਾਜ ਨੇ ਇਹ ਸਮਝਾਇਆ ਉੱਥੇ ਕਿ ਗੁਣ ਇਕੱਠੇ ਕਰਨੇ ਹੀ ਸਭ ਤੋਂ ਵੱਡਾ ਪ੍ਰਮਾਤਮਾ ਦਾ ਅਧਿਐਨ ਹੈ, ਪ੍ਰਮਾਤਮਾ ਦੀ ਭਗਤੀ ਹੈ। ਇਹ ਗੁਣ ਇਕੱਠੇ ਕਰੇਗਾ ਤੇ ਪ੍ਰਮਾਤਮਾ ਦੀ ਭਗਤੀ ਸ਼ੁਰੂ ਹੋਏਗੀ। ਤੇ ਭਗਤੀ ਤੇ ਬਹੁਤ ਜ਼ੋਰ ਦਿੱਤਾ ਉਹਨਾਂ ਨੇ ਕਿਹਾ ਕਦੀ ਪ੍ਰਮਾਤਮਾ ਨੂੰ ਵਿਸਾਰਨਾ ਨਹੀਂ, ਉਹਨੂੰ ਕਦੀ ਭੁਲਾਣਾ ਨਹੀਂ, ਉਹਦੀ ਯਾਦ ਹਮੇਸ਼ਾ ਤੁਹਾਡੀ ਜ਼ਿੰਦਗੀ ਵਿੱਚ ਤਾਜ਼ੀ ਰਹਿਣੀ ਚਾਹੀਦੀ ਹੈ। ਹਮੇਸ਼ਾ ਪਲ ਪਲ ਪ੍ਰਮਾਤਮਾ ਨੂੰ ਯਾਦ ਕਰੇ। ਤੇ ਇਹ ਯਾਦ ਗੁਣਾਂ ਨਾਲ ਪੈਦਾ ਹੁੰਦੀ ਹੈ, ਇਹ ਯਾਦ ਸੇਵਾ ਨਾਲ ਪੈਦਾ ਹੁੰਦੀ ਹੈ। ਇਹ ਸਟਾਰਟਿੰਗ ਪੁਆਇੰਟ ਸਿਖਾਇਆ ਉਹਨਾਂ ਨੇ। ਦੂਸਰੀ ਗੱਲ ਉਹਨਾਂ ਨੇ ਇਹ ਸਿਖਾਈ ਕਿ ਜਪਜੀ ਸਾਹਿਬ ਦੀ ਪਹਿਲੀ ਪੌੜੀ ਵਿੱਚ ਜਿਹੜੀ ਨਿਰੂਪਣ ਹੈ ਕਿ ਆਪਣੀ ਲਾਈਫ ਨੂੰ ਆਪਣੀ ਮਰਜ਼ੀ ਨਾਲ ਨਾ ਜੀਓ, ਤੁਸੀਂ ਗੁਰੂ ਦੀ ਮਰਜ਼ੀ ਨਾਲ ਜੀਓ। ਗੁਰੂ ਦੀ ਇੰਪੋਰਟੈਂਸ ਉਹਨਾਂ ਨੇ ਸਿਖਾਈ ਕਿ ਗੁਰੂ ਦੀ ਇੰਪੋਰਟੈਂਸ ਬਹੁਤ ਜ਼ਿਆਦਾ ਹੈ। ਪ੍ਰਮਾਤਮਾ ਦੀ ਭਗਤੀ, ਪ੍ਰਮਾਤਮਾ ਦਾ ਪਿਆਰ, ਪ੍ਰਮਾਤਮਾ ਦੀ ਪ੍ਰਾਪਤੀ ਜਿਹੜੀ ਹੈ ਇਹ ਗੁਰੂ ਨਾਲ ਹੁੰਦੀ ਹੈ। ਗੁਰੂ ਕੌਣ ਹੈ? ਗੁਰੂ ਉਹ ਹੈ ਜਿਹੜੇ ਪੂਰਾ ਰੀਅਲਾਈਜ਼ ਸੋਲ ਹੋਵੇ, ਜਿਹਨੂੰ ਪੂਰਾ ਐਕਸਪੀਰੀਅੰਸ ਹੈ ਇਸ ਪਾਸੇ, ਜਿਹੜਾ ਤੁਹਾਡਾ ਹੱਥ ਪਕੜ ਕੇ ਮਹਾਰਾਜ ਅੱਗੇ ਲੈ ਕੇ ਮਹਾਰਾਜ ਉਹ ਹੱਥ ਪਕੜ ਕੇ ਤੁਹਾਡਾ ਪ੍ਰਮਾਤਮਾ ਦੇ ਅੱਗੇ ਤੁਹਾਨੂੰ ਲੈ ਕੇ ਜਾਂਦੇ ਹਨ। ਤੁਹਾਡੀ ਮਿਹਨਤ ਘਟ ਜਾਂਦੀ ਹੈ ਇਹਦੇ ਵਿੱਚ ਬਹੁਤ ਜ਼ਿਆਦਾ।
महाराज ने ये सिखाया उत्थे जपजी दी जिहड़ी सब तो इंपॉर्टेंट लाइन है वो है हुक्म रजाई चलना, नानक लिखिया नाल। ते महाराज ने ये सिखाया कि अपनी लाइफ अपनी मर्जी नाल ना जियो। जे अपनी मर्जी नाल जियोगे ते कदी परमात्मा दी प्राप्ति नहीं हो सकती। उदी रजा विच उदी लाइफ नू जियो, हुक्म दी रजा विच आओ। ते हुक्म की है? हुक्म है उदी मर्जी, हुक्म है उदी विल, जिहड़ी कहनी बहुत मुश्किल है। उदी मर्जी की है, वो हमेशा की करना चाहता है, एक मेरे और तुहाडे जहन विच नहीं आ सकदियां गल्लां। हुक्म औखा है समझाना बड़ा। हाँ, एक गल पक्की है कि हुक्म बाणी विच बहुत सोहनी तरह निरूपित है। ਉਹਦਾ ਹੁਕਮ ਹੈ ਨਾਮ ਜਪਣਾ, ਉਹਦਾ ਹੁਕਮ ਹੈ ਪਰਮਾਤਮਾ ਨੂੰ ਯਾਦ ਕਰਨਾ, ਉਹਦਾ ਹੁਕਮ ਹੈ ਸੇਵਾ ਕਰਨੀ, ਉਹਦਾ ਹੁਕਮ ਹੈ ਟਰੂਥਫੁਲ ਲਾਈਫ ਵਿੱਚ ਰਹਿਣਾ, ਉਹਦਾ ਹੁਕਮ ਹੈ ਹਮੇਸ਼ਾ ਨਿਮਰਤਾ ਵਾਲੀ ਜ਼ਿੰਦਗੀ ਬਤੀਤ ਕਰਨੀ। ਚਾਹੇ ਜਿਤਨੀ ਮਰਜ਼ੀਆਂ ਤੁਹਾਡੇ ਕੋਲ ਪੈਸੇ ਹੋ ਜਾਣ, ਜਿਤਨੇ ਮਰਜ਼ੀ ਤੁਹਾਡੀ ਇੱਜ਼ਤ ਮਾਨ ਵੱਧ ਜਾਏ, ਜਿੰਨੇ ਮਰਜ਼ੀ ਤੁਹਾਡੇ ਕੋਲ ਹੁਨਰ ਆ ਜਾਣ, ਲੇਕਿਨ ਫਿਰ ਵੀ ਨਿਮਰਤਾ ਜੀਣਾ। ਉਹਦਾ ਹੁਕਮ ਹੈ ਲਾਲਚ ਨਹੀਂ ਕਰਨਾ, ਉਹਦਾ ਹੁਕਮ ਹੈ ਕਿਸੇ ਨੂੰ ਠੱਗਣਾ ਨਹੀਂ, ਉਹਦਾ ਹੁਕਮ ਹੈ ਸੱਚੀ ਜ਼ਿੰਦਗੀ ਬਤੀਤ ਕਰਨਾ, ਉਹਦਾ ਹੁਕਮ ਹੈ ਦੂਸਰੇ ਧਰਮਾਂ ਦੀ ਇੱਜ਼ਤ ਕਰਨੀ, ਉਹਦਾ ਹੁਕਮ ਹੈ ਕੀਰਤਨ ਸਿੱਖਣਾ, ਉਸਦਾ ਹੁਕਮ ਹੈ ਕੀਰਤਨ ਕਰਨਾ। ਤੇ ਇਹ ਜਿਹੜੇ ਹੁਕਮ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਨਿਰੂਪਤ ਹਨ ਗੁਰਬਾਣੀ ਵਿੱਚ, ਜਿਹੜੀਆਂ ਸਾਰੀਆਂ ਘੱਟੋ ਘੱਟ ਇਸ ਹੁਕਮ ਨੂੰ ਜਿਹੜਾ ਲੋਅਰ ਲੈਵਲ ਦਾ ਇੱਕ ਹਾਇਰ ਲੈਵਲ ਦਾ ਹੁਕਮ ਹੈ, ਜਿਹੜਾ ਸਾਡੇ ਤੁਹਾਡੀ ਸਮਝ ਤੋਂ ਬਾਹਰ ਹੈ, ਉਹ ਅੱਗੇ ਲਾ ਕੇ ਆਏਗਾ ਕਿ ਜੋ ਭਾਣਾ ਵਰਤ ਰਿਹਾ ਹੈ ਤੁਸੀਂ ਮੰਨਣਾ ਹੈ ਉਸਨੂੰ, ਉਹ ਤੁਹਾਡੇ ਚੰਗੇ ਵਾਸਤੇ ਹੋ ਰਿਹਾ ਹੈ। ਪਹਿਲੇ ਸ਼ੁਰੂਆਤ ਜਿਹੜੀ ਕਰਨੀ ਹੈ ਉਹ ਹੈ ਆਪਣੀ ਲਾਈਫ ਨੂੰ ਟਾਲਣਾ, ਉਹ ਆਪਣੀ ਲਾਈਫ ਪਾਥ ਨੂੰ ਬਦਲ ਲੈਣਾ। ਅਗਰ ਸਮਝ ਲਓ ਦੋ ਪੈਰਲਲ ਰੋਡਸ ਹੋਣ ਕਿਸੇ ਤੋਂ ਨਜ਼ਰ ਆਉਣ, ਤੇ ਇੱਕ ਪੈਰਲਲ ਜਿਹੜੀ ਰੋਡ ਜਿਹੜੀ ਹੈ ਉਹ ਤੁਹਾਡੀ ਹੋਵੇ ਤੇ ਇੱਕ ਨਾਲ ਵਾਲੀ ਸੜਕ ਜਿਹੜੀ ਹੈ ਗੁਰੂ ਦੀ ਹੋਵੇ, ਤੇ ਤੁਹਾਡਾ ਫਰਜ਼ ਬਣਦਾ ਹੈ ਆਪਣੀ ਲੇਨ ਨੂੰ ਬਦਲ ਕੇ ਉਸ ਲੇਨ ਵਿੱਚ ਮਰਜ ਹੋ ਜਾਓ। ਜਿਸ ਤਰ੍ਹਾਂ ਫਰੀਵੇ ਵਿੱਚ ਇੰਡੀਕੇਟਰ ਦਿੰਦੇ ਹੋ ਰਾਈਟ ਲੇਨ ਦਾ, ਤੇ ਰਾਈਟ ਵਿੱਚ ਆਣਾ ਹੋਵੇ ਤੇ ਪਹਿਲੇ ਦੇਖ ਕੇ ਦੇਖਦੇ ਹੋ ਕੋਈ सब कुछ रास्ता साफ है, अगर ते आप मर्ज हो जाते उस लेन विच। उसी तरह अपनी लाइफ की लेन नू बदल लो, ये रास्ता छोड़ दियो जो तुसी अपनाया होया है। गुरु नानक सच्चे पातशाह दी लेन विच आ जाओ। जे उस लेन विच आओगे ते उन्हां दी जिहड़ी थिंकिंग जिहड़ी है, उन्हां दा जिहड़ा थॉट प्रोसेस है तुसी एक्सेप्ट करोगे। जे वो थॉट प्रोसेस एक्सेप्ट करोगे ते हुक्म दी रजा विच चलोगे, हेल्प होएगी तुहानू, तुहाडी जिंदगी सफर जाएगी। ਤੁਹਾਡੀ ਜ਼ਿੰਦਗੀ ਜਿਸ ਪਰਪਸ ਵਾਸਤੇ ਆਏ ਹੋ ਉਹ ਪਰਪਸ ਤੁਹਾਡਾ ਸਫਲ ਹੋ ਜਾਏਗਾ। ਇਹ ਹੁਕਮ ਰਜਾਈ ਚੱਲਣਾ ਜਿਹੜਾ ਵੇ ਇਹ ਐਕਟਿਵ ਪਰਸੂਟ ਹੈ ਆਪਣੀ ਲੇਨ ਬਦਲਣ ਦਾ, ਆਪਣੀ ਲਾਈਫ ਨੂੰ ਬਦਲਣ ਦਾ। ਇਹ ਕੋਈ ਪੈਸਿਵ ਪਰਸੂਟ ਨਹੀਂ ਹੈ ਕਿ ਜਦੋਂ ਹੋਏਗਾ ਹੁਕਮ, ਕਈ ਇਹ ਕਹਿੰਦੇ ਹਨ ਜਦੋਂ ਹੋਏਗਾ ਹੁਕਮ ਤਾਂ ਅਸੀਂ ਅੰਮ੍ਰਿਤ ਵੇਲੇ ਉਠਾਂਗੇ, ਜਦੋਂ ਹੋਏਗਾ ਹੁਕਮ ਤਾਂ ਕੀਰਤਨ ਸਿੱਖਾਂਗੇ। ਨਹੀਂ, ਇਹ ਗੱਲ ਨਹੀਂ ਹੈ। ਤੁਸੀਂ ਐਕਟਿਵਲੀ ਪਰਸੂ ਕਰਨਾ ਹੈ। ਮਨ ਪ੍ਰਬੋਧੋ ਹਰ ਕੇ ਨਾਏ ਸੁਖਮਨੀ ਵਿੱਚ ਲਾਈਨਾਂ ਆਉਂਦੀਆਂ ਹਨ। ਇਹ ਪਰਸੂਟ ਤੁਸੀਂ ਐਕਟਿਵਲੀ ਕਰਕੇ ਆਪਣੀ ਜ਼ਿੰਦਗੀ ਨੂੰ ਗੁਰੂ ਨਾਨਕ ਸਾਹਿਬ ਵਰਗੀ ਫਿਲਾਸਫੀ ਵਾਲੀ ਜ਼ਿੰਦਗੀ ਵਿੱਚ ਢਾਲਣਾ ਹੈ। ਉਹਨਾਂ ਦੀ ਹਰ ਗੱਲ ਨੂੰ ਮੰਨਣਾ ਹੈ ਤੁਸੀਂ, ਤਾਂ ਹਰ ਗੱਲ ਨੂੰ ਮੰਨ ਕੇ ਐਕਟਿਵਲੀ ਆਪਣੀ ਲਾਈਫ ਨੂੰ ਬਦਲ ਕੇ ਉਹਨਾਂ ਦੀ ਲਾਈਫ ਵਰਗੀ, ਉਹਨਾਂ ਦੀ ਲਾਈਫ ਵਿੱਚ ਆਪਣੀ ਲਾਈਫ ਨੂੰ ਢਾਲਣਾ ਹੈ ਤੁਸੀਂ। ਤੇ ਉਹ ਇੱਕ ਗੱਲ ਯਾਦ ਰਹੇ ਕਿ ਉਹਨਾਂ ਨੇ ਪ੍ਰਮਾਤਮਾ ਨੂੰ ਸਭ ਤੋਂ ਵੱਡਾ ਮੰਨਿਆ ਹੈ। ਤੇ ਤਿੰਨ ਰੂਪ ਜਿਹੜੇ ਹਨ, ਜਿਹੜੇ ਬਾਅਦ ਵਿੱਚ ਜਿਹੜੇ ਰਹਿਤਨਾਮਾ ਵਿੱਚ ਆਏ ਹਨ, ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਲਵਾਂ। ਉਹ ਇਹ ਹਨ ਕਿ ਇੱਕ ਪ੍ਰਮਾਤਮਾ ਦੀ ਪੂਜਾ ਤੁਸੀਂ ਕਰਨੀ ਹੈ, ਨਿਰੰਕਾਰ ਤੋਂ ਸਿਵਾਏ ਕਿਸੇ ਨੂੰ ਮਿਲਣਾ ਨਹੀਂ ਹੈ। ਇੱਕ ਪ੍ਰਮਾਤਮਾ ਦੀ ਪੂਜਾ ਕਰਨੀ ਹੈ ਜਿਹੜੀ, ਤੇ ਦੂਸਰੀ ਗੁਰੂ ਤੋਂ ਸਿਵਾਏ ਤੁਹਾਡਾ ਕੋਈ ਉਧਾਰ ਨਹੀਂ ਕਰ ਸਕਦਾ। ਗੁਰੂ ਤੋਂ ਸਿਵਾਏ ਤੁਹਾਨੂੰ ਇਸ ਪਾਸੇ ਕੋਈ ਜੋੜ ਨਹੀਂ ਸਕਦਾ। ਤੇ ਗੁਰੂ ਕੌਣ ਹੈ? ਗੁਰੂ ਸ਼ਬਦ ਗੁਰੂ ਵਿੱਚ ਹੈ। ਸ਼ਬਦ ਗੁਰੂ ਕੀ ਹੈ? ਫਿਲਾਸਫੀ ਹੈ ਸ਼ਬਦ ਦੀ। ਤੇ ਜਿਹੜੇ ਪ੍ਰਮਾਤਮਾ ਨਾਲ ਜੁੜੇ ਹੋਏ ਹਨ, ਜਿਹੜੇ ਪਿਆਰੇ ਹਨ ਉਸਦੇ, ਉਹਨਾਂ ਦੀ ਸੰਗਤ ਕਰਨੀ ਹੈ। ਉਹਨਾਂ ਦੀ ਜਨਾਂ ਦੀ ਸੰਗਤ ਕਰਨੀ ਹੈ। ਉਹਨਾਂ ਦੀ ਸੰਗਤ ਵਿੱਚੋਂ ਪ੍ਰੇਰਣਾ ਮਿਲਦੀ ਹੈ ਪ੍ਰਮਾਤਮਾ ਦੇ ਨਾਲ ਜੁੜਨ ਦੀ। ਉਹਨਾਂ ਦੀ ਸੰਗਤ ਦੇ ਨਾਲ ਪ੍ਰੇਰਣਾ ਮਿਲਦੀ ਹੈ ਸੇਵਾ ਕਰਨ ਦੀ। ਉਹਨਾਂ ਦੀ ਜ਼ਿੰਦਗੀ ਤੋਂ ਪ੍ਰੇਰਣਾ ਮਿਲਦੀ ਹੈ ਇਹ ਸੱਚੇ ਕੰਮ ਵਿੱਚ ਜੁੜਨ ਦੀ ਤੇ ਹੁਕਮ ਦੀ ਰਜ਼ਾ ਵਿੱਚ ਚੱਲਣ ਦੀ। ਤੇ ਦੂਸਰੀ ਗੱਲ ਜਿਹੜੀ ਉਹਨਾਂ ਨੇ ਇਹ ਸਿਖਾਈ, ਉਹਨਾਂ ਨੇ ਆਪਣੀ ਜ਼ਿੰਦਗੀ 'ਚ ਕਰਕੇ ਦਿਖਾਈ ਕਿ ਉਹਨਾਂ ਨੇ ਕੀਰਤਨ ਨੂੰ ਪ੍ਰਮਾਤਮਾ ਦਾ ਸਭ ਤੋਂ ਵੱਡਾ ਇੱਕ ਸਿਮਰਨ ਦਾ ਰੂਪ ਮੰਨਿਆ। ਹਰ ਜਗ੍ਹਾ ਉਹਨਾਂ ਨੇ ਕੀਰਤਨ, ਉਹਨਾਂ ਨੇ ਗਾ ਕੇ ਪ੍ਰਮਾਤਮਾ ਨੂੰ ਪਾ ਲਿੱਤਾ। ਜਦੋਂ ਪਹਿਲੀ ਵਾਰੀ ਸੁਲਤਾਨਪੁਰ ਲੋਧੀ ਤੋਂ ਚੱਲੇ ਤੇ ਭੈਣ ਭਰਾ ਦਾ ਮੈਂ
पहले मैं तुहानू कह आया पहले भी बहुत प्यार सी आपस ਵਿੱਚ। वैसे जनरली स्पीकिंग इंडियन कल्चर ਵਿੱਚ ਭੈਣ ਜਦੋਂ ਵਿਆਹੀ ਜਾਏ ਜਦੋਂ ਤੇ ਭੈਣ ਦੇ ਵਿਆਹ ਤੋਂ ਬਾਅਦ ਜਨਰਲੀ ਸਪੀਕਿੰਗ ਬ੍ਰਦਰਸ ਜਿਹੜੇ ਹਨ ਜਿਹੜੇ ਜਨਰਲੀ ਸਪੀਕਿੰਗ ਉਹਨਾਂ ਦੇ ਕੋਲ ਲੈਂਦੇ ਨਹੀਂ ਕੁਛ ਐਸਾ ਇਟਸ ਕੰਸੀਡਰਡ ਕਿ ਨਹੀਂ ਸਿਸਟਰ ਦੇ ਪੈਸਿਆਂ ਚੋਂ ਨਹੀਂ ਲੈਣਾ ਸੀ ਕੁਛ ਵੀ। ਮਹਾਰਾਜ ਦਾ ਪਿਆਰ ਇਤਨਾ ਸੀ ਦੇਖੋ ਕਿ ਜਦੋਂ ਰਬਾਬ ਲੈਣੀ ਸੀ ਜਦੋਂ ਰਬਾਬ ਲੈਣ ਗਏ ਜਦੋਂ ਤੇ ਰਬਾਬ ਦੇ ਪੈਸੇ ਵੀ ਜਿਹੜੇ ਹਨ ਜਿਹੜੇ ਤੇ ਆਪਣੀ ਸਿਸਟਰ ਨੂੰ ਨਾਲ ਲੈ ਕੇ ਗਏ ਕਿ ਤੂੰ ਮੈਨੂੰ ਰਬਾਬ ਲੈ ਕੇ ਦੇ ਮੈਨੂੰ। ਇਹੋ ਜਿਹਾ ਪਿਆਰ ਸੀ ਆਪਣੀ ਸਿਸਟਰ ਦੇ ਨਾਲ ਉਹਨਾਂ ਦਾ। ਤੇ ਉਹਨਾਂ ਨੇ ਫਿਰ ਰਬਾਬੀ ਚੁੜੀਆਂ ਨਾਲ ਕਿਸੇ ਪੰਡਤ ਨੂੰ ਲੈ ਕੇ ਜਾ ਸਕਦੇ ਸਨ ਨਾਲ ਉਦਾਸੀਆਂ ਦੇ, ਕਿਸੇ ਪੜ੍ਹੇ ਲਿਖੇ ਨੂੰ ਨਾਲ ਲੈ ਕੇ ਜਾ ਸਕਦੇ ਸਨ, ਕੋਈ ਵੇਦਾ ਸ਼ਾਸਤਰਾਂ ਦਾ ਕੋਈ ਕੁਰਾਨ ਦਾ ਗਿਆਨੀ ਨੂੰ ਲੈ ਕੇ ਜਾ ਸਕਦੇ ਸਨ। ਲੇਕਿਨ ਉਹਨੇ ਰਬਾਬੀ ਚੁੜੀਆਂ ਨਾਲ ਉਹ ਹਰ ਜਗ੍ਹਾ ਕੀਰਤਨ ਕੀਤਾ ਉਹਨਾਂ ਨੇ। ਉਦਾਸੀਆਂ ਤਾਂ ਤੁਸੀਂ ਪੜ੍ਹ ਕੇ ਦੇਖ ਲਓ ਗੁਰੂ ਨਾਨਕ ਚਮਤਕਾਰ, ਜਿੱਥੇ ਜਿੱਥੇ ਗਏ ਹਨ ਜਿੱਥੇ ਜਿੱਥੇ ਉਹਨਾਂ ਨੇ ਉਧਾਰ ਕੀਤਾ ਲੋਕਾਂ ਦਾ। ਉਹਨਾਂ ਨੇ ਕੋਈ ਵੱਡੀਆਂ ਤਕਰੀਰਾਂ ਨਹੀਂ ਦਿੱਤੀਆਂ, ਬਹੁਤ ਕੋਈ ਵੱਡੀਆਂ ਕੋਈ ਸਪੀਚਾਂ ਨਹੀਂ ਦਿੱਤੀਆਂ ਉਹਨਾਂ ਨੇ ਇੱਕੋ ਹੀ ਗੱਲ ਕਹੀ ਹੈ, ਮਰਦਾਨਿਆਂ ਬਾਣੀ ਆਈ ਹੈ ਰਬਾਬ ਚੁੱਕ। ਤੇ ਰਬਾਬ ਦੇ ਰਾਹੀਂ ਰਬਾਬ ਉਹਨਾਂ ਨੇ ਵਜਾਈ, ਮਹਾਰਾਜ ਨੇ ਕੀਰਤਨ ਕੀਤਾ, ਕੀਰਤਨ ਰੂਪ ਵਿੱਚ ਉਹਨਾਂ ਨੇ ਸਭ ਕੁਝ ਪਾਇਆ ਉਹਨਾਂ ਨੇ। ਤੇ ਹੁਣ ਵੀ ਗੁਰਬਾਣੀ ਕੀਰਤਨ ਰੂਪ ਵਿੱਚ ਉਹਨਾਂ ਨੂੰ ਅੰਦਰੋਂ ਜਿਹੜੀ ਹੈ ਨਾਜ਼ਰ ਹੋਈ ਸਾਰੀ। ਤੇ ਇਸੇ ਵਾਸਤੇ ਬਾਣੀ ਸਾਰੀ ਰਾਗਾਂ ਵਿੱਚ ਹੈ, ਇਸੇ ਵਾਸਤੇ ਇਹਨਾਂ ਨੂੰ ਗਾਣ ਦਾ ਅਧਿਐਨ, ਇਹਨਾਂ ਨੂੰ ਗਾਣ ਦੀ ਤਾਕੀਦ ਹੈ ਬੜੀ ਜਗ੍ਹਾ। ਤੇ ਤੁਸੀਂ ਕੋਈ ਗੁਰਦੁਆਰਾ ਵੀ ਇਮੈਜਿਨ ਨਹੀਂ ਕਰ ਸਕਦੇ ਜਿਸ ਗੁਰਦੁਆਰੇ ਵਿੱਚ ਕੀਰਤਨ ਨਾ ਹੁੰਦਾ ਹੋਵੇ, ਜਿਸ ਗੁਰਦੁਆਰੇ ਵਿੱਚ ਕਿਧਰੇ ਢੋਲਕੀ ਤੇ ਕਿਧਰੇ ਤਬਲਾ ਜਾਂ ਜੋੜੀ ਜਾਂ ਸਰਿੰਦਾ ਜਾਂ ਰਬਾਬ ਜਾਂ ਹਾਰਮੋਨੀਅਮ ਨਾ ਪਿਆ ਹੋਵੇ। ਕੀਰਤਨ ਉਹਨਾਂ ਨੇ ਬੜਾ ਵੱਡਾ ਸਰੂਪਤਮ ਰੂਪ ਦਿੱਤਾ ਉਹਨਾਂ ਨੇ ਤੇ ਸਮਝਾਇਆ ਕਿ ਗਾਣ ਵਿੱਚ ਬਹੁਤ ਮਹੱਤਵ ਹੈ। ਗਾਣ ਦੇ ਨਾਲ ਇਹ ਜਿਹੜੇ ਗੁਣ ਜਿਹੜੇ ਹਨ, ਜਿਹੜੇ ਪ੍ਰਮਾਤਮਾ ਦੇ ਗੁਣ, ਜਿਹੜੀ ਇਮੋਸ਼ਨਲ ਜਿਹੜੀ ਫੀਲਿੰਗ ਜਿਹੜੀ ਹੈ ਫਿਲਾਸਫੀ ਦੀ, ਇਹ ਇਮੋਸ਼ਨਲ ਜਿਹੜਾ ਪਾਰਟ ਹੈ ਇਹ ਕੀਰਤਨ ਦੇ ਵਿੱਚੋਂ ਆਉਂਦਾ ਹੈ। ਹੱਥ ਜੋੜ ਕੇ ਮੇਰੀ ਬੇਨਤੀ ਹੈ ਕਿ ਤੁਸੀਂ ਸਾਰਿਆਂ ਨੇ ਕੀਰਤਨ ਜਿਹੜੇ ਸਿੱਖ ਸਕਦੇ ਹਨ ਜ਼ਰੂਰ ਸਿੱਖਣ, ਤੇ ਜਿਹੜੇ ਨਹੀਂ ਸਿੱਖ ਸਕਦੇ ਹਨ ਉਹ ਘੱਟੋ ਘੱਟ ਸੁਣਨ ਦੀ ਆਦਤ ਜ਼ਰੂਰ ਪਾਉਣ। ਕੀਰਤਨ ਸੁਣਨ ਨਾਲ ਤੇ ਕਰਨ ਨਾਲ ਦੈਵਿਕ ਗੁਣ ਅੰਦਰੋਂ ਜ਼ਰੂਰੀ ਪੈਦਾ ਹੋ ਜਾਂਦੇ ਹਨ। ਤੇ ਅੱਗੇ ਨਾਲੇ ਇੱਕ ਹੋਰ ਗੱਲ ਹੈ ਕਿ ਇਹ ਵੱਡੇ ਸੋਸ਼ਲ ਰਿਫਾਰਮਰ ਵੀ ਬਹੁਤ ਵੱਡੇ ਸਨ, ਸਿਰਫ ਫਿਲਾਸਫਰ ਹੀ ਨਹੀਂ ਸਨ। ਹਰ ਤਰ੍ਹਾਂ ਦੇ ਕਰਮ ਕਾਂਡ ਨੂੰ ਉਹਨਾਂ ਨੇ ਰਿਜੈਕਟ ਕਰ ਦਿੱਤਾ। ਜਨੇਊ ਪਾਉਣ ਨੂੰ ਰਿਜੈਕਟ ਕਰ ਦਿੱਤਾ, ਹਰਿਦੁਆਰ ਗਏ ਤੇ ਸੂਰਜ ਨੂੰ ਪਾਣੀ ਦੇਣ ਨੂੰ ਰਿਜੈਕਟ ਕਰ ਦਿੱਤਾ। ਕਿਤਨੇ ਕਰਮ ਕਾਂਡ ਜਿਹੜੇ ਹਨ, ਜਿਹੜੇ ਕਰਮ ਕਾਂਡ ਦੀ ਡੈਫੀਨੇਸ਼ਨ ਇਹ ਹੈ ਜੋ ਕਰਨ ਨਾਲ ਪ੍ਰਮਾਤਮਾ ਪ੍ਰਾਪਤੀ ਵਿੱਚ ਜਿਹਦੀ ਹੈਲਪ ਨਾ ਹੋਵੇ। ਜੇ ਬੰਦਾ ਸੂਰਜ ਨੂੰ ਦਿੰਦਾ ਰਹੇ ਪਾਣੀ ਤੋਂ ਹੋਰ ਕੁਝ ਨਾ ਕਰੇ ਤੇ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੈ ਉਹਦੇ ਵਿੱਚ। ਪ੍ਰਮਾਤਮਾ ਦੀ ਪ੍ਰਾਪਤੀ ਸੇਵਾ ਤੇ ਸਿਮਰਨ ਨਾਲ ਹੈ ਜੋ ਉਹਨਾਂ ਨੇ ਸਿਖਾਈ। ਫਿਰ ਦੂਸਰੇ ਦੇਖੋ ਉਸ ਵੇਲੇ 550 ਸਾਲ ਪਹਿਲੇ ਉਹਨਾਂ ਨੇ ਵਿਮਨ ਰਾਈਟ ਦਾ ਇਸ਼ੂ ਉਠਾਇਆ। ਇੱਕ ਬਿਲੀਵ ਕਰੋ ਨਾ ਕਰੋ, ਇਹ ਉਸ ਵੇਲੇ ਜਦੋਂ ਉਠਾਇਆ ਹੋਣਾ ਨੇ ਤਾਂ ਆਈ ਕੈਨ ਇਮੈਜਿਨ ਵਾਟ ਹੀ ਮਸਟ ਹੈਵ ਗੋਨ ਥਰੂ। ਇਹ ਇੱਕ ਬੜਾ ਨਿਵੇਕਲੀ ਚੀਜ਼ ਸੀ, ਕਦੀ ਕਿਸੇ ਨੇ ਇਸ ਬਾਰੇ ਕੋਈ ਗੱਲ ਨਹੀਂ ਕੀਤੀ। ਤੁਸੀਂ ਪੈਗੰਬਰ ਪਹਿਲੇ ਲੈ ਲਓ, ਕਿਤਨੇ ਪੈਗੰਬਰ ਪਹਿਲੇ ਆਏ, ਜੀਸਸ ਤੋਂ ਲੈ ਕੇ ਮੁਹੰਮਦ ਸਾਹਿਬ ਤੋਂ ਲੈ ਕੇ ਮੋਜ਼ਸ ਤੋਂ ਲੈ ਕੇ ਪਹਿਲੇ ਹਿੰਦੂਇਜ਼ਮ ਵਿੱਚ ਜਿਤਨੇ ਪੈਗੰਬਰ ਆਏ ਹਨ, ਇਸ ਬਾਰੇ ਕਿਸੇ ਨੇ ਇਸ ਇਸ਼ੂ ਨੇ ਕਿਸੇ ਨੂੰ ਐਡਰੈਸ ਨਹੀਂ ਕੀਤਾ। ਇਹ ਪਹਿਲੇ ਸਨ, ਇਹਨਾਂ ਨੇ ਕਿਹਾ ਨਹੀਂ ਕੋਈ ਫਰਕ ਨਹੀਂ ਹੈ ਇਸਤਰੀ ਤੇ ਮਰਦ ਵਿੱਚ, ਦੋਨਾਂ ਦੇ ਇਕੁਅਲ ਰਾਈਟਸ ਹਨ, ਦੋਨੋਂ ਇਕੁਅਲ ਹਨ ਬਿਲਕੁਲ ਲਾਅ ਦੇ ਸਾਹਮਣੇ, ਪ੍ਰਮਾਤਮਾ ਦੇ ਸਾਹਮਣੇ ਦੋਨੋਂ ਇਕੁਅਲ ਹਨ। ਕਿਉਂ ਮੰਦਾ ਕਹੀਏ ਉਹਨਾਂ ਨੂੰ? ਆਸਾ ਦੀ ਵਾਰ ਦੀਆਂ ਉਹਨਾਂ ਲਾਈਨਾਂ ਨੂੰ ਆਪ ਸਾਰੇ ਜਾਣੂ ਹੋ। ਇਹ ਇੱਕ ਬਹੁਤ ਵੱਡੀ ਨਿਵੇਕਲੀ ਤੇ ਬਹੁਤ ਰੈਵੋਲੂਸ਼ਨਰੀ ਆਵਾਜ਼ ਜਿਹੜੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵਿਮਨ ਰਾਈਟ ਦੇ ਇਸ਼ੂ ਨੂੰ ਉਠਾਇਆ ਤੇ ਕਿਹਾ ਕਿ ਨਹੀਂ ਕੋਈ ਫਰਕ ਨਹੀਂ ਹੈ, ਬਿਲਕੁਲ ਸੇਮ ਹਨ ਦੋਨੋਂ। ਉਹ ਦੋਨਾਂ ਦੀ ਰਾਈਟਸ ਜਿਹੜੇ ਹਨ ਪ੍ਰੋਟੈਕਟਡ ਹਨ, ਔਰ ਜਿਤਨੇ ਮਰਦ ਦੇ ਰਾਈਟਸ ਹਨ ਉਤਨੇ ਹੀ ਵੂਮਨ ਦੇ ਰਾਈਟਸ ਹਨ। ਫਿਰ ਕਾਸਟ ਸਿਸਟਮ ਨੂੰ ਕੰਪਲੀਟਲੀ ਰਿਜੈਕਟ ਕੀਤਾ ਮਹਾਰਾਜ ਨੇ, ਦਿਖਾਇਆ ਕਿ ਨਹੀਂ ਸੋਸ਼ਲ ਇਨਜਸਟਿਸ ਨਹੀਂ ਪਸੰਦ ਸੀ ਉਹਨਾਂ ਨੂੰ ਕਿਸੇ ਵੀ ਕਿਸਮ ਦਾ। ਨੋਟਿਸ ਕਰੋ ਕਿ ਉਦਾਸੀਆਂ ਵਿੱਚ ਕਿਤਨੀ ਜਗ੍ਹਾ ਉਹ ਕਿਸੇ ਨੀਚ ਜਾਤ ਦੇ ਘਰ ਵੀ ਰਹੇ ਹਨ ਜੋ ਉਸ ਵੇਲੇ ਦੇ ਹਿੰਦੂਇਜ਼ਮ ਦੇ ਹਿਸਾਬ ਦੇ ਨਾਲ ਮੁਸਲਮਾਨਾਂ ਦੇ ਘਰ ਵੀ ਰਹੇ ਹਨ, ਉਹਨਾਂ ਨੇ ਕਦੀ ਫਰਕ ਨਹੀਂ ਸਮਝਿਆ ਇਸ ਗੱਲ ਨੂੰ। ਕਾਸਟ ਸਿਸਟਮ ਅੱਜ ਅਨਫੋਰਚੂਨੇਟਲੀ ਸਿੱਖੀਜ਼ਮ ਵਿੱਚ ਕਾਸਟ ਸਿਸਟਮ ਦੁਬਾਰਾ ਆ ਗਈ ਹੈ। ਇਹ ਇੱਕ ਅਨਫੋਰਚੂਨੇਟ ਗੱਲ ਹੈ ਬੜੀ, ਬਟ ਇਟ ਇਜ਼ ਵਾਟ ਇਟ ਇਜ਼। ਇਹ ਆਈ ਤਾਂ ਹੈ ਕਿਉਂਕਿ ਅਸੀਂ ਆਪ ਬਾਣੀ ਤੇ ਕੀਰਤਨ ਤੋਂ ਟੁੱਟੇ ਹੋਏ ਹਾਂ, ਆਪ ਉਹਨਾਂ ਦੀ ਫਿਲਾਸਫੀ ਨੂੰ ਐਕਸੈਪਟ ਨਹੀਂ ਕੀਤਾ ਅਸੀਂ। ਫਿਰ ਉਹਨਾਂ ਨੇ ਇਹ ਵੀ ਸਿਖਾਇਆ ਕਿ ਪ੍ਰਮਾਤਮਾ ਇੱਕ ਹੈ, ਇੱਕ ਤੋਂ ਸਿਵਾਏ ਕਿਸੇ ਦੀ ਪੂਜਾ ਨਹੀਂ ਕਰਨੀ। ਤੇ ਆਈਡਲ ਵਰਸ਼ਿਪਿੰਗ ਨੂੰ ਉਹਨਾਂ ਨੇ ਕੰਪਲੀਟਲੀ ਰਿਜੈਕਟ ਕਰ ਦਿੱਤਾ। ਉਹਨਾਂ ਨੇ ਕਿਹਾ ਨਹੀਂ ਕਿਸੇ ਦੀ ਮੂਰਤੀ ਬਣਾ ਕੇ ਪ੍ਰਮਾਤਮਾ ਕਿਸੇ ਮੂਰਤੀ ਦੇ ਅੰਦਰ ਨਹੀਂ ਹੈ, ਸਾਰੀਆਂ ਮੂਰਤੀਆਂ ਉਸੇ ਦੀਆਂ ਹਨ। ਆਰਤੀ ਦੀ ਚੌਂਕੀ ਰੋਜ਼ ਲੱਗਦੀ ਹੈ। ਉਹਨਾਂ ਨੇ ਇਹ ਵੀ ਦੱਸਿਆ ਨਾਲ ਕਿ ਸਹਿਸਤਵ ਨੈਣ ਨਨ ਨੈਣ ਹੈ ਤੋਏ ਕੋ, ਹਰ ਅੱਖਾਂ ਜਿਹੜੀਆਂ ਹਨ ਉਹਦੀਆਂ ਹਨ,
ਪਰ ਉਹਦੀ ਆਪਣੀ ਕੋਈ ਅੱਖ ਨਹੀਂ। ਹਰ ਨੱਕ ਉਸਦੇ ਹਨ ਪਰ ਆਪਣਾ ਕੋਈ ਨੱਕ ਨਹੀਂ। ਹਰ ਸਰੀਰ ਉਸਦਾ ਹੈ ਲੇਕਿਨ ਆਪਣਾ ਉਹਦਾ ਕੋਈ ਸਰੀਰ ਨਹੀਂ ਹੈ। ਉਹ ਇਸ ਸਰੀਰ ਤੋਂ, ਉਹ ਇਹਨਾਂ ਚੀਜ਼ਾਂ ਤੋਂ ਪਰੇ ਹੈ। ਉਹ ਨਿਰਗੁਣ ਰੂਪ ਵਿੱਚ ਹੀ ਹੈ ਲੇਕਿਨ ਸਰਗੁਣ ਰੂਪ ਵਿੱਚ ਹਰ ਜਗ੍ਹਾ ਹੈ। ਹਰ ਅੱਖਾਂ ਉਹਦੀ ਜੋਤ ਦੇ ਵਿੱਚੋਂ ਜੋਤ ਮਿਲਦੀ ਹੈ ਉਹਦੀ ਅੱਖ ਨੂੰ। ਇਸ ਵਾਸਤੇ ਉਹਨਾਂ ਨੇ ਸਾਨੂੰ ਮੂਰਤੀ ਪੂਜਾ ਤੋਂ ਹਟਾ ਕੇ ਇੱਕ ਨਿਰੰਕਾਰ ਦੀ ਪੂਜਾ ਕਰਨੀ ਸਿਖਾਈ ਸਾਨੂੰ। ਫਿਰ ਉਹਨਾਂ ਨੇ ਕਿਤਨੀਆਂ ਸੋਸ਼ਲ ਉਸ ਵੇਲੇ ਦੇ ਜਿਹੜੇ ਇਨਜਸਟਿਸਿਸ ਸਨ, ਜਿਹੜੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਸੂਤਕ ਵਾਲਾ ਇਸ਼ੂ ਲਾ ਲਓ, ਜਿਹੜੇ ਆਸਾ ਦੀ ਵਾਰ ਚ ਇਸ਼ੂ ਹੋਇਆ ਹੈ। ਸੂਤਕ ਵਾਲੇ ਇਸ਼ੂ ਦੇ ਉੱਤੇ ਉਹਨਾਂ ਨੇ ਸੂਤਕ ਨੂੰ ਬਿਲਕੁਲ ਰਿਜੈਕਟ ਕਰ ਦਿੱਤਾ ਉਹਨਾਂ ਨੇ। ਫਿਰ ਉਸ ਵੇਲੇ ਦੇਖੋ ਹੋਰ ਕਿਤਨੀਆਂ ਇਨਜਸਟਿਸਿਸ ਜਿਹੜੇ ਕਰਦੇ ਸਨ, ਮੁਸਲਮਾਨ ਵੀ ਕਰਦੇ ਸਨ, ਹਿੰਦੂ ਵੀ ਕਰਦੇ ਸਨ, ਜਿਹੜੀਆਂ ਆਮ ਜਨਤਾ ਵਾਸਤੇ ਬੜੀ ਦੁਖਦਾਇਕ ਚੀਜ਼ਾਂ ਸਨ, ਜਿਹੜੀਆਂ ਉਹ ਵੀ ਚੀਜ਼ਾਂ ਉਹਨਾਂ ਨੇ ਜਿਹੜੀਆਂ ਰਿਜੈਕਟ ਕਰ ਦਿੱਤੀਆਂ। ਸਤੀ ਦਾ ਸਿਸਟਮ ਸੀ ਉਹ ਰਿਜੈਕਟ ਕਰ ਦਿੱਤਾ ਉਹਨਾਂ ਨੇ। ਤੇ ਇੱਕ ਐਕਟਿਵਿਸਟ ਵੀ ਸਨ ਨਾਲ, ਉਹ ਡਰੇ ਨਹੀਂ ਕਦੋਂ। ਜਦੋਂ ਕਿਸੇ ਨੇ ਆ ਕੇ ਕਿਹਾ ਕਿ ਨਾਨਕ ਤੁਸੀਂ ਹਰ ਜਗ੍ਹਾ ਸੱਚ ਬੋਲਦੇ ਹੋ ਲੇਕਿਨ ਬਾਬਰ ਅੱਗੇ ਸੱਚ ਨਾ ਬੋਲਣਾ, ਉਹਨਾਂ ਨੇ ਬਾਬਰ ਅੱਗੇ ਵੀ ਸੱਚ ਬੋਲਿਆ ਤੇ ਜੇਲ੍ਹ ਵੀ ਗਏ ਤੇ ਚੱਕੀ ਵੀ ਪੀਸੀ ਉਹਨਾਂ ਨੇ ਜਾ ਕੇ। ਕਿਸੇ ਡਰੇ ਨਹੀਂ, ਲੇਕਿਨ ਕਦੀ ਉਹਨਾਂ ਨੇ ਕਦੀ ਇਹ ਨਹੀਂ ਸਿਖਾਇਆ ਕਿ ਗੁਰੂ ਕਾ ਸਿੱਖ ਡਰੇ। ਇਹ ਜਿਹੜੇ ਪੂਰਨੇ ਦਸਮ ਪਿਤਾ ਤੋਂ ਪਹਿਲੇ ਗੁਰੂ ਨਾਨਕ ਪਾ ਗਏ ਹਨ ਕਿ ਡਰਨਾ ਨਹੀਂ ਕਿਸੇ ਤੋਂ। ਆਪਣੀ ਗੱਲ ਨੂੰ ਸੱਚਾ, ਜਿਹੜੀ ਸੱਚੀ ਗੱਲ ਹੈ, ਸੱਚੀ ਗੱਲ ਤੋਂ ਮੋੜਨਾ ਨਹੀਂ। ਚਾਹੇ ਬਾਬਰ ਵਰਗਾ ਅੱਗੇ ਬੈਠਾ ਹੋਵੇ, ਚਾਹੇ ਔਰੰਗਜ਼ੇਬ ਵਰਗਾ ਬੈਠਾ ਹੋਵੇ ਅੱਗੇ, ਤੁਸੀਂ ਡਰ ਨਾਲ ਜ਼ਿੰਦਗੀ ਨਹੀਂ ਬਿਤਾਣੀ ਆਪਣੀ। ਤੇ ਕਹਿਣ ਤੋਂ ਪਹਿਲੇ, ਜਾਣ ਤੋਂ ਪਹਿਲੇ ਇੱਕ ਗੱਲ ਮੈਂ ਹੋਰ ਕਲੀਅਰ ਕਰ ਦਿਆਂ ਕਿ ਅਗਰ ਇਹ ਇਨਫ ਨਹੀਂ ਸੀ, ਇਸ ਜ਼ਿੰਦਗੀ ਤੋਂ ਤੁਸੀਂ ਇੰਪ੍ਰੈਸ ਨਹੀਂ ਹੋਏ ਅਗਰ, ਤੇ ਉਹਨਾਂ ਦੇ ਲਾਸਟ ਜੋ ਉਹਨਾਂ ਨੇ ਕਰਕੇ ਦਿਖਾਇਆ ਸੱਤੇ ਬਲਵੰਡ ਦੀ ਵਾਰ ਵਿੱਚ ਬੜੀ ਖੂਬਸੂਰਤੀ ਨਾਲ ਇਹ ਗੱਲ ਨਿਰੂਪਤ ਹੈ ਕਿ ਉਹਨਾਂ ਨੇ ਬਾਬਾ ਲਹਿਣਾ ਜੀ ਨੂੰ, ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਦੇਵ ਜੀ ਮਹਾਰਾਜ ਬਣਾ ਦਿੱਤਾ। ਉਹਨਾਂ ਨੂੰ ਆਪਣੀ ਵਰਗਾ ਬਣਾ ਦਿੱਤਾ ਤੇ ਆਪਣੇ ਜੀਂਦਿਆਂ ਜੀ ਗੁਰਿਆਈ ਗੁਰੂ ਅੰਗਦ ਦੇਵ ਪਾਤਸ਼ਾਹ ਨੂੰ ਦੇ ਦਿੱਤੀ। ਇਹ ਕੋਈ ਛੋਟੀ ਮੋਟੀ ਗੱਲ ਨਹੀਂ ਸੀ। ਹਿੰਦੁਸਤਾਨ ਦੀ ਧਰਤੀ ਵਿੱਚ, ਦੁਨੀਆ 'ਚ ਕਿਤੇ ਵੀ ਇਹ ਤੁਹਾਨੂੰ ਮਿਲੇਗਾ ਨਹੀਂ। ਤੁਸੀਂ ਇੱਕ ਐਗਜ਼ਾਮਪਲ ਮੈਨੂੰ ਦੱਸ ਦਿਓ, ਮੈਨੂੰ ਫੋਨ ਕਰਕੇ ਦੱਸ ਦੇਣਾ ਇੱਕ ਐਗਜ਼ਾਮਪਲ ਦੁਨੀਆ 'ਚੋਂ ਕਿ ਇੱਕ ਪੀਰ ਹੋਵੇ, ਇੱਕ ਵੱਡਾ ਹੋਵੇ ਜਿਹਨੇ ਆਪਣਾ ਉੱਤਰਾਧਿਕਾਰੀ ਚੁਣ ਲਿੱਤਾ ਹੋਵੇ ਤੇ ਆਪਣੇ ਜੀਂਦਿਆਂ ਜੀ ਉਸਨੂੰ ਗੁਰੂ ਮੰਨ ਲਵੇ, ਆਪਣੇ ਜੀਂਦਿਆਂ ਜੀ ਉਸਨੂੰ ਮੱਥਾ ਟੇਕ ਦੇਵੇ। ਉਹ ਵੀ ਵਕਤ ਆਇਆ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਗੁਰਿਆਈ ਦਾ ਤਿਲਕ ਜਦੋਂ ਲੱਗਿਆ ਬਾਬਾ ਲਹਿਣਾ ਜੀ ਨੂੰ, ਗੁਰੂ ਅੰਗਦ ਦੇਵ ਜੀ ਬਣੇ ਤੇ ਉਹਨਾਂ ਨੂੰ ਆਪ ਮੱਥਾ ਟੇਕਿਆ, ਸੰਗਤ ਦੇ ਸਾਹਮਣੇ ਮੱਥਾ ਟੇਕਾਇਆ ਤੇ ਆਪ ਮੱਥਾ ਉਹਨਾਂ ਨੇ ਆਪਣੇ ਅਗਲੇ ਗੁਰੂ ਜੀ ਨੂੰ, ਗੁਰੂ ਅੰਗਦ ਦੇਵ ਪਾਤਸ਼ਾਹ ਨੂੰ ਮੱਥਾ ਟੇਕਿਆ ਤੇ ਮੱਥਾ ਟੇਕ ਕੇ ਸੰਗਤ ਨੂੰ ਮੱਥਾ ਟੇਕਵਾਇਆ। ਤੇ ਜਿਤਨੀ ਦੇਰ ਫਿਰ ਉਹ ਰਹੇ ਦੁਨੀਆ ਵਿੱਚ, 2 3 4 5 ਮਹੀਨੇ ਜੋ ਵੀ ਸਨ, authors have different opinions on it, ਆਪ ਸੰਗਤ ਵਿੱਚ ਥੱਲੇ ਬੈਠਦੇ ਸਨ ਤੇ ਗੁਰੂ ਅੰਗਦ ਦੇਵ ਮਹਾਰਾਜ ਆਪ ਉੱਥੇ ਜਿੱਥੇ ਗੱਦੀ ਤੇ ਜਿੱਥੇ ਮਹਾਰਾਜ ਬੈਠਦੇ ਸਨ ਉੱਥੇ ਉਹ ਆਪ ਬੈਠਦੇ ਸਨ। ਇੱਥੋਂ ਪਤਾ ਲੱਗਦਾ ਕਿਤਨੀ ਸਿਕਿਉਰਿਟੀ ਸੀ ਉਹਨਾਂ ਦੀ ਲਾਈਫ ਵਿੱਚ। ਇੱਥੋਂ ਪਤਾ ਲੱਗਦਾ ਕਿ ਕਿਉਂ ਜੀ ਉਹਨਾਂ ਦੀ ਆਤਮਾ ਅੰਦਰੋਂ ਕਿਉਂ ਜੀ ਸੀ ਉਹਨਾਂ ਦੀ। ਉਹਨਾਂ ਨੂੰ ਜਾਣਨਾ ਹੋਵੇ, ਉਹਨਾਂ ਦੀ ਲਾਈਫ ਨੂੰ ਪਛਾਣਨਾ ਹੋਵੇ, 2-3 ਕਿਤਾਬਾਂ ਮੈਂ ਸੁਜੈਸਟ ਕੀਤੀਆਂ ਹਨ। ਇੱਕ ਗੁਰੂ ਨਾਨਕ ਚਮਤਕਾਰ ਹੈ, ਸੂਰਯ ਪ੍ਰਕਾਸ਼ ਹੈ, ਮਹਿਮਾ ਪ੍ਰਕਾਸ਼ ਹੈ, ਫਿਰ ਜਨਮ ਸਾਖੀਆਂ ਹਨ। ਇਹ ਉਹਨਾਂ ਦੀ ਲਾਈਫ, ਲੇਕਿਨ ਉਹਨਾਂ ਦੀ ਆਤਮਾ ਦੇ ਅੰਦਰਲੇ ਦਰਸ਼ਨ ਉਹਨਾਂ ਦੀ ਬਾਣੀ ਤੋਂ ਆਉਂਦੇ ਹਨ। ਤੇ ਉਹਨਾਂ ਦੀ ਸਭ ਤੋਂ ਵੱਡੀ ਤੇ ਇੰਪੋਰਟੈਂਟ ਬਾਣੀ ਜਪਜੀ ਸਾਹਿਬ ਹੈ। ਤੇ ਉਹ ਸਿੱਖ ਨਹੀਂ ਮੰਨਦਾ ਮੈਂ ਜਿਹਨੂੰ ਜਪਜੀ ਸਾਹਿਬ ਦੇ ਬਾਰੇ ਹਾਲੇ ਵੀ ਇਹ ਜਿਹੜੀਆਂ ਪੌੜੀਆਂ ਜਪਜੀ ਸਾਹਿਬ ਦੀਆਂ, ਜਿਹੜੀਆਂ ਪੌੜੀਆਂ ਜਿਹੜੀਆਂ ਹਨ ਜਪਜੀ ਸਾਹਿਬ ਦੀਆਂ, ਇਹ ਇੱਕ ਸਮਝ ਲਓ ਪੌੜੀਆਂ ਹਨ ਪ੍ਰਮਾਤਮਾ ਦੇ ਘਰ ਦੀ ਤਰਫ, ਜਿਹੜੀਆਂ ਹੁਕਮ ਰਜਾਈ ਚੱਲਣ ਤੋਂ ਲੈ ਕੇ ਸੱਚਖੰਡ ਤੱਕ ਜਾਂਦੀਆਂ ਹਨ। ਤੇ ਜੇ ਇਹਨਾਂ ਪੌੜੀਆਂ ਦਾ ਤੁਹਾਨੂੰ ਗਿਆਨ ਨਹੀਂ ਹਾਲੇ ਵੀ, ਜੇ ਇਹਨਾਂ ਪੌੜੀਆਂ ਦਾ ਤੁਹਾਨੂੰ ਗਿਆਤ ਨਹੀਂ ਹਾਲੇ ਵੀ ਕਿ ਹੁਕਮ ਰਜ਼ਾਈ ਤੋਂ ਚੱਲ ਕੇ ਸੱਚਖੰਡ ਤੱਕ, ਸੱਚਖੰਡ ਵਸੇ ਨਿਰੰਕਾਰ ਤੱਕ ਜਿਹੜਾ ਰਸਤਾ ਜਿਹੜਾ ਉਹਨਾਂ ਨੇ ਦੱਸਿਆ ਹੈ, ਕਿਤਨੀ ਖੂਬਸੂਰਤੀ ਨਾਲ ਇੱਕ ਪਲਾਨ ਬਣਾਇਆ ਉਹਨਾਂ ਨੇ ਜਪਜੀ ਦਾ। ਤੇ ਮੇਰੀ ਸਟਰੋਂਗ ਸੁਜੈਸ਼ਨ ਹੈ ਕਿ ਤੁਸੀਂ ਉਹਨਾਂ ਜਪਜੀ ਦੀਆਂ ਉਹਨਾਂ ਪੌੜੀਆਂ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਤੇ ਇਹ ਜਿਹੜੀ ਉਹਨਾਂ ਨੇ ਦੱਸੀ ਹੈ, ਜਿਹੜੀ ਇਹ ਪੂਰੀ ਜਿਹੜਾ ਕ੍ਰਮ ਜਿਹੜਾ ਹੈ, ਜਿਹੜਾ ਕਿਸ ਤਰ੍ਹਾਂ ਪ੍ਰਮਾਤਮਾ ਤੱਕ ਪਹੁੰਚਣਾ ਹੈ, ਸੁਣਨਾ ਕੀ ਹੈ, ਮੰਨਣਾ ਕੀ ਹੈ, ਅਮੁੱਲ ਕੀ ਹੈ, ਗਾਵਣਾ ਕੀ ਹੈ, ਇਹ ਜਿਹੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਹਨ, ਜਿਹੜੀਆਂ ਬਿਲਕੁਲ ਲੌਜੀਕਲੀ ਐਕਸਪਲੇਨ ਕਰਕੇ ਸੱਚਖੰਡ ਤੱਕ ਫਿਰ ਜਾ ਕੇ ਅੱਗੇ 5 ਖੰਡਾਂ ਦੀ ਡਿਸਕਸ਼ਨ ਜਿੱਥੇ ਆਈ ਹੈ, ਇਸ ਨੂੰ ਆਪਣੀ ਲਾਈਫ ਵਿੱਚ ਢਾਲੋ ਤੇ ਇਸ ਜਪਜੀ ਮਹਾਨ ਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰੋ ਤੇ ਆਪਣੀ ਲਾਈਫ ਵਿੱਚ ਐਕਸੈਪਟ ਕਰੋ। ਜੇ ਐਕਸੈਪਟ ਕਰੋਗੇ ਤੇ ਹਰ ਡਿਸੀਜਨ ਤੁਹਾਡਾ ਜਪਜੀ ਦੀ ਰੋਸ਼ਨੀ ਵਿੱਚ ਹੋਏਗਾ।
ਹਰ ਡਿਸੀਜਨ ਤੁਸੀਂ ਜਪਜੀ ਕੋਲ ਪੁੱਛ ਕੇ ਕਰੋਗੇ। ਤੇ ਜੇ ਜਪਜੀ ਦੀ ਸਮਝ ਨਹੀਂ ਹੋਏਗੀ ਤੁਹਾਨੂੰ, ਜੇ ਜਪਜੀ ਦੀ ਨੌਲੇਜ ਨਹੀਂ ਹੋਏਗੀ ਤੁਹਾਨੂੰ, ਫਿਰ ਆਪਣੀ ਲਾਈਫ ਨੂੰ ਕਿਸ ਤਰ੍ਹਾਂ ਬੈਟਰ ਕਰੋਗੇ? ਤੁਸੀਂ ਕਿਸ ਤਰ੍ਹਾਂ ਆਪਣੀ ਲਾਈਫ ਦੇ ਡਿਸੀਜਨ ਜਪਜੀ ਦੇ ਹਿਸਾਬ ਨਾਲ ਲਵੋਗੇ? ਜਪਜੀ ਤੋਂ ਇਲਾਵਾ ਆਪਣੀ ਲਾਈਫ ਨੂੰ ਬੈਟਰ ਕਰਨ ਵਾਸਤੇ ਦੂਸਰੀ ਉਹਨਾਂ ਦੀ ਮਹਾਨ ਰਚਨਾ, ਜਿਹਦਾ ਸਵੇਰੇ ਕੀਰਤਨ ਹਰ ਗੁਰਦੁਆਰਿਆਂ 'ਚ ਹੁੰਦਾ ਹੈ, ਉਹ ਹੈ ਆਸਾ ਕੀ ਵਾਰ, ਜਿਸ ਨੂੰ ਸਮਝਣਾ ਬਹੁਤ ਇੰਪੋਰਟੈਂਟ ਹੈ, ਜਿਸ ਨੂੰ ਸਮਝਣਾ ਮਤਲਬ ਉਸ ਤੋਂ ਸਿਵਾਏ ਕੋਈ ਚਾਰਾ ਨਹੀਂ ਹੈ ਤੁਹਾਡੇ ਕੋਲ, ਜਿਹਦੇ ਵਿੱਚ ਪ੍ਰਮਾਤਮਾ ਦੀ ਪੂਜਾ, ਆਪਣੀ ਲਾਈਫ ਨੂੰ ਕਿਸ ਤਰ੍ਹਾਂ ਬੈਟਰ ਕਰਨਾ ਹੈ, ਆਪਣੀ ਜ਼ਿੰਦਗੀ, ਆਪਣੀ ਡੇਲੀ ਲਾਈਫ ਨੂੰ ਕਿੰਝ ਬਿਤਾਉਣਾ ਹੈ, ਉਹ ਆਸਾ ਦੀ ਵਾਰ ਵਿੱਚ ਰੂਪਤ ਹੈ। ਉਸ ਤੋਂ ਇਲਾਵਾ ਉਹਨਾਂ ਦੀ 12 ਮਾਹ ਦੀ ਬਾਣੀ, ਜਿਹੜੀ ਤੁਖਾਰੀ ਰਾਗ ਵਿੱਚ ਹੈ, ਸਿੱਧ ਗੋਸ਼ ਦੀ ਬਾਣੀ, ਸਿੱਧ ਗੋਸ਼ ਤੋਂ ਸਿਵਾਏ ਰਾਗ ਦੱਖਣੀ ਓਂਕਾਰ ਦੀ ਬਾਣੀ ਜਿਹੜੀ ਰਾਗ ਰਾਮਕਲੀ ਵਿੱਚ ਹੈ, ਇਹਨਾਂ ਦੀਆਂ ਵੱਡੀਆਂ ਕੰਪੋਜੀਸ਼ਨਸ ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ, ਜਿਨ੍ਹਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ ਫਿਲਾਸਫੀ ਜਿਹੜੀ ਹੈ ਬਾਹਰ ਆ ਜਾਂਦੀ ਹੈ। ਸਿੱਧ ਗੋਸ਼ ਦੀ ਬਾਣੀ ਜਿਹੜੀ ਹੈ ਉਹ ਕੁਐਸਚਨ ਆਨਸਰ ਫਾਰਮੈਟ ਵਿੱਚ ਹੈ, ਤੇ ਬਾਕੀ ਬਾਣੀਆਂ ਜਿਹੜੀਆਂ ਸਾਰੀਆਂ ਉਹ ਜਿਹੜੀਆਂ ਹਨ ਹਰ ਇੱਕ ਇਸ਼ੂ ਨੂੰ, ਡਿਫਰੈਂਟ ਇਸ਼ੂ ਨੂੰ ਐਡਰੈਸ ਕਰਦੀਆਂ ਹਨ। ਤੇ ਮੈਂ ਟਾਈਮ ਜ਼ਿਆਦਾ ਲਾ ਲਿੱਤਾ ਹੈ, ਬਟ ਜਾਣ ਤੋਂ ਪਹਿਲੇ ਮੈਂ ਇੱਕ ਗੱਲ ਮੈਂ ਕਹਿ ਕੇ ਜਾਵਾਂ ਕਿ ਇਹ ਜਿਹੜਾ ਗੁਰਪੁਰਬ ਮਨਾ ਰਹੇ ਹੋ ਇਸ ਸਾਲ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ, ਇਹ ਗੁਰਪੁਰਬ ਮਨਾਏ ਤਾਂ ਹੀ ਹਨ ਜੇ ਉਹਨਾਂ ਦੇ ਰਸਤੇ ਤੇ ਚੱਲ ਪਾਈਏ। ਜੋ ਉਹਨਾਂ ਨੇ ਸਿਖਾਇਆ ਹੈ ਉਹ ਤੁਸੀਂ ਐਕਸੈਪਟ ਕਰ ਸਕੋ। ਜੇ ਉਹਨਾਂ ਨੇ ਕਿਹਾ ਕੀਰਤਨ ਕਰੋ ਤਾਂ ਤੁਸੀਂ ਕਰੋ, ਜੇ ਉਹਨਾਂ ਨੇ ਕਿਹਾ ਸੇਵਾ ਕਰੋ ਤੇ ਫਿਰ ਤੁਸੀਂ ਵੀ ਕਰੋ, ਜੇ ਉਹ ਕਹੇ ਕਿ ਪ੍ਰਮਾਤਮਾ ਪਲ ਪਲ ਉਸ ਨੂੰ ਯਾਦ ਕਰੋ ਤੇ ਤੁਸੀਂ ਵੀ ਕਰੋ, ਜੇ ਉਹਨਾਂ ਨੇ ਕਹੇ ਕਿ ਬਾਣੀ ਪੜ੍ਹੋ ਤਾਂ ਤੁਸੀਂ ਵੀ ਪੜ੍ਹੋ। ਤੇ ਜੇ ਤੁਹਾਡਾ ਮਨ ਹਾਲੇ ਉਹਨਾਂ ਦੀ ਗੱਲ, ਜੇ ਉਹਨਾਂ ਨੇ ਕਿਹਾ ਟਰੂਥਫੁਲ ਲਿਵਿੰਗ ਇੰਪੋਰਟੈਂਟ ਹੈ, ਤੇ ਟਰੂਥਫੁਲ ਲਿਵਿੰਗ ਨੂੰ ਐਕਸੈਪਟ ਕਰੇ ਬੰਦਾ, ਖਾਲੀ ਗੱਲਾਂ ਹੀ ਨਾ ਕਰੇ ਟਰੂਥਫੁਲ ਲਿਵਿੰਗ ਦੀਆਂ, ਖਾਲੀ ਮੇਰੇ ਵਰਗਾ ਬੋਲੇ ਹੀ ਨਾ, ਖਾਲੀ ਇਸ ਟਰੂਥਫੁਲ ਲਿਵਿੰਗ ਨੂੰ ਤੁਸੀਂ ਐਕਸੈਪਟ ਕਰਕੇ ਤਾਂ ਗੁਰਪੁਰਬ ਬਣਾਏ ਤੁਹਾਡੇ ਸਖਾਲੜੇ ਹਨ। ਪ੍ਰੇਮਾ ਭਗਤੀ ਦਾ ਰਸਤਾ ਇਖਤਿਆਰ ਕਰੋ, ਪ੍ਰਮਾਤਮਾ ਨਾਲ ਪ੍ਰੇਮ ਕਰਨਾ ਸਿੱਖੋ, ਪੂਰੀ ਦੁਨੀਆ ਨਾਲ ਪ੍ਰੇਮ ਕਰਨਾ ਸਿੱਖੋ, ਕੀਰਤਨ ਦੇ ਵਿੱਚ ਆਪਣਾ ਮਨ ਲੁਝਾਓ, ਤਾਂ ਉਸ ਵੱਡੇ ਨਾਨਕ ਦੀ ਓਟ ਲਵੋ ਜਿਹੜੇ ਆਪ ਨਿਰੰਕਾਰੀ ਬਾਬਾ ਸਨ। ਤੇ ਜਨਮ ਸਾਖੀਆਂ ਵਿੱਚ ਜਦੋਂ ਕਿਸ ਨੂੰ ਮਿਲਦੇ ਸਨ ਆਪ ਤੇ ਇੱਕ ਅਸੀਸ ਦਿੰਦੇ ਸਨ ਗੁਰੂ ਨਾਨਕ ਸੱਚੇ ਪਾਤਸ਼ਾਹ, ਜਦੋਂ ਕੋਈ ਪੈਰ ਛੂੰਦਾ ਸੀ ਉਹਨਾਂ ਦੇ, ਉਹ ਇਹ ਸੀ ਕਿ ਪ੍ਰਮਾਤਮਾ ਤੈਨੂੰ ਹਮੇਸ਼ਾ ਚੇਤੇ ਆਵੇ, ਨਿਰੰਕਾਰ ਤੈਨੂੰ ਹਮੇਸ਼ਾ ਚੇਤੇ ਆਵੇ, ਤੇਰਾ ਨਿਰੰਕਾਰ ਤੋਂ ਮਨ ਕਦੀ ਭੁੱਲੇ ਨਾ। ਤੇ ਇਹ ਮੇਰੀ ਵੀ ਇੱਕ ਅਰਦਾਸ ਹੈ ਪ੍ਰਮਾਤਮਾ ਅੱਗੇ, ਹੈ ਮੇਰੇ ਸੱਚੇ ਪਾਤਸ਼ਾਹ ਗੁਰੂ ਨਾਨਕ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰੋ, ਸਾਨੂੰ ਵੀ ਆਪਣੇ ਨਾਲ ਜੋੜ ਲਓ, ਤੇ ਅਸੀਂ ਗੁਰਪੁਰਬ ਤੁਹਾਡੇ ਮਨਾਈਏ ਤਾਂ ਅਸੀਂ ਵੀ ਆਪਣੀ ਜ਼ਿੰਦਗੀ ਜਪਜੀ ਦੀ ਰੋਸ਼ਨੀ ਵਿੱਚ ਜੀ ਸਕੀਏ, ਅਸੀਂ ਆਪਣੀ ਜ਼ਿੰਦਗੀ ਆਸਾ ਦੀ ਵਾਰ ਦੀ ਰੋਸ਼ਨੀ ਵਿੱਚ ਜੀ ਸਕੀਏ, ਤਾਂ ਇਹ ਗੁਰਪੁਰਬ ਮਨਾਏ ਸੁਖਾਲੜੇ ਹਨ। ਭੁੱਲ ਚੁੱਕ ਦੀ ਖਿਮਾ, ਕੋਈ ਗੱਲ ਰਹਿ ਗਈ ਹੋਵੇ ਇੰਪੋਰਟੈਂਟ ਮੇਰੇ ਕੋਲੋਂ, ਜਾਂ ਮੇਰੇ ਕੋਲ ਕੋਈ ਗਲਤੀ ਹੋ ਗਈ ਹੋਵੇ ਬੋਲਣ ਵਿੱਚ, ਅਣਜਾਣ ਬੱਚਾ ਸਮਝ ਕੇ ਮਾਫ ਕਰ ਦੇਣਾ ਜੀ। ਇਹ ਮੇਰੀ ਤੁੱਛ ਕੋਸ਼ਿਸ਼ ਹੈ ਇਸ ਗੁਰਪੁਰਬ ਦੇ ਮੌਕੇ ਤੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।